subscribe to our YouTube channel and press the bell icon for the latest updates. ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਮਨਦੀਪ ਕੌਰ ਟਾਂਗਰਾ। ਵੈਲਕਮ ਟੂ ਦ ਮਨਦੀਪ ਕੌਰ ਟਾਂਗਰਾ ਸ਼ੋ। ਅੱਜ ਅਸੀਂ ਗੱਲ ਕਰਾਂਗੇ ਇੱਕ ਵਾਰ ਫਿਰ ਐਜੂਕੇਸ਼ਨ ਇੰਡਸਟਰੀ ਦੀ, ਐਜੂਕੇਸ਼ਨ ਸੈਕਟਰ ਦੀ, ਤੇ ਨਾਲ ਹੀ ਅਸੀਂ ਜਾਣਾਂਗੇ ਇੱਕ ਬਹੁਤ ਹੀ ਪਿਆਰੀ ਜੀ ਜਰਨੀ ਵਨ ਆਫ ਦ ਫਾਈਨੈਸਟ ਪ੍ਰਿੰਸੀਪਲ ਇਨ ਅੰਮ੍ਰਿਤਸਰ। ਜੇ ਅਸੀਂ ਗੱਲ ਕਰੀਏ ਉਹਨਾਂ ਦੀ ਜਰਨੀ ਬਾਰੇ ਆਪਾਂ ਗੱਲ ਕਰਾਂਗੇ। ਡਾਕਟਰ ਨਵਦੀਪ ਕੌਰ ਜੀ ਜੋ ਕਿ ਫੋਰੈਸ ਕਾਲਜ ਆਫ ਕਮਰਸ ਦੇ ਜਿਹੜੇ ਉਹ ਪ੍ਰਿੰਸੀਪਲ ਨੇ, ਤੇ ਉਹਨਾਂ ਨਾਲ ਕੁਝ ਦਿਨ ਪਹਿਲਾਂ ਹੀ ਮੈਂ ਉਹਨਾਂ ਦੇ ਕਾਲਜ ਦੇ ਵਿੱਚ ਇੱਕ ਗੈਸਟ ਲੈਕਚਰ ਤੇ ਗਈ, ਉੱਥੇ ਉਹਨਾਂ ਨੂੰ ਮਿਲੀ ਤੇ ਮੈਨੂੰ ਬਹੁਤ ਹੀ ਅੱਛਾ ਲੱਗਾ ਮੈਮ ਨੂੰ ਮਿਲ ਕੇ। ਸੋ ਮੇਰਾ ਅੱਜ ਮਨ ਸੀ ਕਿ ਮੈਮ ਦੇ ਨਾਲ ਅਸੀਂ ਉਹਨਾਂ ਦੀ ਜਰਨੀ ਜਾਣੀਏ ਤੇ ਮੈਮ ਨਾਲ ਕੁਝ ਐਜੂਕੇਸ਼ਨ ਤੇ ਕਨਵਰਸੇਸ਼ਨ ਕਰੀਏ। ਸੋ ਮੈਮ ਵੈਲਕਮ ਟੂ ਦ ਸ਼ੋ। ਥੈਂਕ ਯੂ ਜੀ, ਬਹੁਤ ਸ਼ੁਕਰੀਆ। ਬਹੁਤ ਖੁਸ਼ੀ ਹੋਈ, ਬਹੁਤ ਮਾਣ ਵਾਲੀ ਗੱਲ ਮੇਰੇ ਲਈ ਕਿ ਤੁਸੀਂ ਮੈਨੂੰ ਆਉਣ ਦਾ ਸੱਦਾ ਦਿੱਤਾ। ਸੋ ਮੈਮ 30 ਇਅਰਸ ਇਜ਼ ਨਾਟ ਅ ਸਮਾਲ ਨੰਬਰ। ਸਭ ਤੋਂ ਪਹਿਲਾਂ ਤੇ ਜਦੋਂ ਮੈਂ ਇਹ ਦੇਖਦੀ ਹਾਂ ਕਿ ਕਿਸੇ EMPLOYEE ਨਹੀਂ ਮੈਂ ਕਹਾਂਗੀ, ਇੱਕ ਬਿਹਤਰੀਨ ਟੀਮ ਮੈਂਬਰ ਨੇ ਆਪਣੀ ਜ਼ਿੰਦਗੀ ਦੇ 30 ਇਅਰਸ ਇੱਕ ਹੀ ਆਰਗੇਨਾਈਜੇਸ਼ਨ ਨੂੰ ਦੇ ਦਿੱਤੇ। ਹੁਣ ਐਸੀਆਂ ਚੀਜ਼ਾਂ ਮੈਂ ਵੈਸੇ ਜਾਂ ਤੇ ਸਰਕਾਰੀ ਨੌਕਰੀ 'ਚ ਸੁਣੀਆਂ ਜਾਂ ਫਿਰ US ਕੈਨੇਡਾ 'ਚ ਜਦੋਂ ਜਾਂਦੇ ਤੇ ਉੱਥੇ ਵੀ ਲੋਕ ਜਿਹੜੇ ਆ ਉਹ ਐਂਟਰੀ ਲੈਵਲ ਤੋਂ ਸ਼ੁਰੂ ਕਰਕੇ ਤੇ CEO ਬਣ ਜਾਂਦੇ ਨੇ। ਉਹੀ ਚੀਜ਼ ਇੱਕ ਤੁਸੀਂ ਸਭ ਤੋਂ ਉੱਪਰ ਵਾਲੇ ਅਹੁਦੇ ਤੇ ਹੋ, ਇਹ ਅਲੱਗ ਗੱਲ ਹੈ, ਬਟ ਤੁਹਾਡਾ ਕਾਲਜ ਬੜਾ ਬਿਹਤਰੀਨ ਹੈ। ਦਿਸ ਇਜ਼ ਅਗੇਨ ਸਮਥਿੰਗ ਵਿਚ ਇਜ਼ ਵੈਰੀ ਡਿਫਰੈਂਟ। ਬਹੁਤ ਸਾਰੇ ਬੱਚੇ ਤੁਹਾਡੇ ਕਾਲਜ ਦੇ ਤੁਹਾਨੂੰ ਅੱਜ ਦੇਖ ਰਹੇ ਹੋਣਗੇ ਜਦੋਂ ਤੁਸੀਂ ਉਹਨਾਂ ਦੀ ਏਜ ਦੇ ਸੀ। ਸੋ ਵਾਟ ਕਾਈਂਡ ਆਫ ਸਟੂਡੈਂਟ ਯੂ ਵਰ, ਤੇ ਪੇਰੈਂਟਸ ਨੇ ਕਿਵੇਂ ਤੁਹਾਡਾ ਪਾਲਣ ਪੋਸ਼ਣ ਕੀਤਾ ਕਿ ਤੁਹਾਡਾ ਧਿਆਨ ਹੋਇਆ ਕਿ ਹਾਂ ਮੈਂ ਟੀਚਿੰਗ ਵੱਲ ਜਾਵਾਂਗੀ ਜਾਂ ਮੈਂ ਐਜੂਕੇਸ਼ਨ ਸੈਕਟਰ ਵੱਲ ਜਾਵਾਂਗੀ? ਹਾਂਜੀ, ਤੁਸੀਂ ਮੇਰੀ ਤਕਰੀਬਨ ਸਾਰੀ ਹੀ ਜਰਨੀ ਬਾਰੇ ਗੱਲ ਕੀਤੀ ਹੈ। ਸ਼ੁਰੂ ਤੋਂ ਹੀ ਸ਼ੁਰੂ ਕਰਦੇ ਹਾਂ, ਬਚਪਨ ਤੋਂ ਹੀ। ਮੇਰਾ ਜਨਮ ਅੰਮ੍ਰਿਤਸਰ ਦਾ ਹੀ ਹੈ ਔਰ ਸਾਰੀ ਐਜੂਕੇਸ਼ਨ ਵੀ ਅੰਮ੍ਰਿਤਸਰ ਦੀ ਹੀ ਹੈ। ਹਾਂ, ਪਿਛੋਕੜ ਪਿੰਡ ਤੋਂ ਹੈ, ਖਾਲੜਾ ਪਿੰਡ ਹੈ ਸਾਡਾ, ਤੇ ਮੇਰਾ ਦਾਦਕਾ ਪਰਿਵਾਰ ਉੱਥੇ ਹੈ। ਮੇਰੇ ਮਾਤਾ ਪਿਤਾ ਦੋਨੋਂ ਹੀ ਗਵਰਨਮੈਂਟ EMPLOYEE ਸਨ ਤੇ ਅਸੀਂ ਅੰਮ੍ਰਿਤਸਰ ਰਹਿੰਦੇ ਸੀ। ਐਜੂਕੇਸ਼ਨ ਇੱਥੇ ਹੀ ਹੋਈ। ਸਕੂਲ ਤੋਂ ਬਾਅਦ ਕਾਲਜ, ਖਾਲਸਾ ਕਾਲਜ BCom ਜੁਆਇਨ ਕੀਤਾ। ਉਦੋਂ ਕਾਮਰਸ ਦੇ ਵਿੱਚ ਲੜਕੀਆਂ ਦੀ ਗਿਣਤੀ ਬਹੁਤ ਘੱਟ ਹੁੰਦੀ ਸੀ। ਸਾਡੇ ਬੈਚ ਦੇ ਵਿੱਚ ਜੇ 20 ਲੜਕੀਆਂ ਸੀ ਤੇ 200 ਤੋਂ ਉੱਪਰ ਲੜਕੇ ਹੁੰਦੇ ਸਨ। ਮਤਲਬ ਇਹ ਉਹ ਜ਼ਮਾਨਾ ਮੈਂ ਗੱਲ ਕਰ ਰਹੀ ਹਾਂ 86 to 88, ਪੋਸਟ 84 ਏਰੀਆ ਔਰ ਇਰਾ ਔਰ ਖਾਲਸਾ ਕਾਲਜ ਦੀ ਗੱਲ ਕਰ ਰਹੇ ਹਾਂ। ਤੇ ਬੜਾ ਅੱਛਾ ਲੱਗਾ ਉੱਥੇ, ਮਾਹੌਲ ਬਹੁਤ ਅੱਛਾ ਸੀ। ਟੀਚਰਸ ਬਹੁਤ ਇਨਕਰੇਜਿੰਗ, ਬੜੇ ਸਪੋਰਟਿਵ, ਤੇ ਗਰਲਸ ਦੀ ਐਂਟਰੀ ਦੇ ਲਈ ਉਹਨਾਂ ਦੇ ਵਿੱਚ ਵੀ ਇੱਕ ਬੜਾ ਕੇਅਰਿੰਗ ਔਰ ਪੈਟਰਨਲ ਐਟੀਟਿਊਡ ਸੀ। ਸੋ ਬੜਾ ਅੱਛਾ ਮਾਹੌਲ ਮਿਲਿਆ, ਮਜ਼ਾ ਆਇਆ। ਸਬਜੈਕਟਸ ਦੇ ਨਾਲ ਵੀ ਬਹੁਤ ਵਾਕਫੀਅਤ ਵੀ ਹੋਈ ਔਰ ਚੰਗੇ ਲੱਗੇ। ਉਸ ਜ਼ਮਾਨੇ ਦੇ ਵਿੱਚ ਕਾਮਰਸ ਵਾਲੇ ਸਟੂਡੈਂਟ ਦੇ ਲਈ ਇੱਕ ਅਲਟੀਮੇਟ ਡ੍ਰੀਮ ਹੁੰਦਾ ਸੀ ਚਾਰਟਰਡ ਅਕਾਊਂਟੈਂਸੀ ਕਰਨਾ, ਤੇ ਮੈਨੂੰ ਅਕਾਊਂਟੈਂਸੀ 'ਚ ਬਹੁਤ ਇੰਟਰਸਟ ਸੀ। ਮੈਂ ਵੀ ਇਹੀ ਸੋਚਿਆ ਸੀ। ਫਿਰ ਕਾਲਜ ਦੀ ਜਰਨੀ ਦੇ ਦੌਰਾਨ ਹੀ ਇੱਕ ਦੋ ਵਾਰ ਸਟੇਜ 'ਤੇ ਪਰਫਾਰਮ ਕਰਨ ਦਾ, ਕੋਈ ਡੈਕਲਾਮੇਸ਼ਨ ਦੇ ਵਿੱਚ ਜਾਂ ਪੋਇਟਰੀ ਦੇ ਵਿੱਚ ਮੌਕਾ ਮਿਲਿਆ। ਔਰ ਸੈਕੰਡ ਈਅਰ ਦੇ ਵਿੱਚ ਕੁਝ ਇਸ ਤਰ੍ਹਾਂ ਦੀ ਗੱਲ ਹੋਈ ਕਿ ਅਸੀਂ ਲੜਕੀਆਂ ਨੇ ਹੀ, ਤੁਸੀਂ ਇਮੈਜਿਨ ਕਰੋ ਕਿ 400-500 ਲੜਕਾ ਹੋਏ ਡਿਪਾਰਟਮੈਂਟ ਦੇ ਵਿੱਚ, ਤੇ ਉਹ 20 ਲੜਕੀਆਂ ਨੇ ਇੱਕ ਪ੍ਰੋਗਰਾਮ ਹੋਸਟ ਕੀਤਾ ਔਰ ਮੇਰਾ ਰੋਲ ਉਹਦੇ ਵਿੱਚ ਸੀ, ਸਾਰਾ ਆਰਗੇਨਾਈਜ਼ ਕਰਨ ਦੇ ਵਿੱਚ ਵੀ ਔਰ ਉਹਨੂੰ ਇਵੈਂਟ ਹੋਸਟ ਕਰਨ ਦੇ ਵਿੱਚ ਵੀ। ਉਹ ਸਾਰੇ ਪ੍ਰੋਸੈਸ ਦੇ ਵਿੱਚ ਮੈਨੂੰ ਬਹੁਤ ਮਜ਼ਾ ਆਇਆ। ਐਪਰੀਸੀਏਸ਼ਨ ਹੋਈ, ਇਨਕਰੇਜਮੈਂਟ ਹੋਈ, ਉਹ ਆਪਣੀ ਜਗ੍ਹਾ, ਪਰ ਮੈਨੂੰ ਮਜ਼ਾ ਬਹੁਤ ਆਇਆ। ਔਰ ਉਦੋਂ ਮੈਂ ਸੋਚਿਆ ਕਿ ਇਹ ਫੀਲਡ ਬਹੁਤ ਅੱਛਾ ਹੈ, ਇਹਦੇ ਵਿੱਚ ਕ੍ਰੀਏਟਿਵਿਟੀ ਹੈ। ਤੁਸੀਂ ਹਮੇਸ਼ਾ, ਬੱਚੇ ਹਰ ਸਾਲ ਨਵੇਂ ਆਉਂਦੇ ਨੇ, ਤੁਹਾਡਾ ਕਨੈਕਟ ਬਣਦਾ ਹੈ, ਤੇ ਉਹਦੇ ਕੰਪੈਰੇਟਿਵਲੀ ਮੈਨੂੰ ਆਫਿਸ ਜੌਬਸ ਜਾਂ ਉਹ ਜੌਬਸ ਇੰਨੀਆਂ ਅਟਰੈਕਟ ਨਹੀਂ ਕੀਤੀਆਂ। ਸੋ ਸਮਝੋ ਕਿ ਸੈਕੰਡ ਈਅਰ ਔਨਵਰਡਸ ਮੈਂ ਸ਼ਿਫਟ ਕਰ ਲਿਆ ਕਿ ਨਹੀਂ, ਟੀਚਿੰਗ 'ਚ ਜਾਣਾ। ਸਟੂਡੈਂਟ ਮੈਂ ਟੌਪਰ ਤੇ ਨਹੀਂ, ਪਰ ਹਾਂ ਪਹਿਲੇ 4-5 ਦੇ ਵਿੱਚ ਹਮੇਸ਼ਾ ਰਹੀ ਔਰ ਟੀਚਰਸ ਤੋਂ ਬਹੁਤ ਪਿਆਰ ਮਿਲਿਆ ਹਮੇਸ਼ਾ ਹੀ, ਸਕੂਲ ਕਾਲਜ ਸਭ ਜਗ੍ਹਾ। ਇਹ ਚੀਜ਼ ਮੈਂ ਬਹੁਤ ਹੀ ਘੱਟ ਜਾਂ ਫਿਰ ਮੈਂ ਕਹਾਂਗੀ ਕਿ ਪਹਿਲੀ ਵਾਰ ਸੁਣੀ ਆ ਕਿ ਜਿਹਦੇ ਵਿੱਚ ਇੱਕ ਟੀਚਰ ਬਣਨਾ ਜੋ ਚਾਹੁੰਦਾ ਹੈ ਉਹਨੇ ਇਸ ਤਰ੍ਹਾਂ ਸੋਚਿਆ ਕਿ ਹਰ ਸਾਲ ਮੈਂ ਨਵੇਂ ਬੱਚਿਆਂ ਨੂੰ ਮਿਲਾਂਗਾ ਤੇ ਹਰ ਸਾਲ ਮੇਰੀ ਲਾਈਫ 'ਚ ਇੱਕ ਕਿਉਂਕਿ ਸਾਨੂੰ ਇੱਦਾਂ ਫੀਲ ਹੋਇਆ ਹਮੇਸ਼ਾ ਹੀ ਕਿ ਇੱਕ ਟੀਚਰ ਦੀ ਜੌਬ ਜਿਹੜੀ ਆ ਮੋਨੋਟਨਸ ਹੈਗੀ ਆ, ਕਿ ਸਵੇਰੇ 9 o'clock ਚੱਲ ਗਏ ਤੇ 3 o'clock ਆ ਗਈ ਜਾਂ ਜੋ ਵੀ ਟਾਈਮਿੰਗਸ ਆ, ਹੈ ਨਾ, ਤੇ ਬਸ ਜਾਣਾ ਆਉਣਾ। ਬਟ ਇਸ ਨਜ਼ਰੀਏ ਨਾਲ ਮੈਂ ਕਦੀ ਨਹੀਂ ਵੇਖਿਆ ਕਿ ਤੁਸੀਂ ਹਰ ਸਾਲ ਨਿਊ ਬੱਚਿਆਂ ਨੂੰ ਮਿਲ ਰਹੇ ਹੋ, ਹਰ ਸਾਲ ਡਿਫਰੈਂਟ ਕਲਾਸਿਸ ਨੂੰ ਪੜ੍ਹਾ ਰਹੇ ਹੋ, ਤੇ ਉਹੀ ਕਹਿੰਦੇ ਨਾ ਕਿ ਟੀਚਰਸ ਬਿਕਮ ਦ ਬੈਸਟ ਮੈਨੇਜਰਸ। ਸ਼ਾਇਦ ਮੈਨੂੰ ਲੱਗਦਾ ਕਿ ਉਹਨਾਂ 'ਚ ਹਿਊਮਨ ਸਕਿੱਲਸ ਬੜੇ ਅੱਛੇ ਆ ਜਾਂਦੇ ਆ। ਹਾਂਜੀ, ਨੈਚੁਰਲੀ ਤੁਹਾਡਾ ਇੰਟਰਪਰਸਨਲ ਕਨੈਕਟ ਹੁੰਦਾ ਹੈ, ਤੁਸੀਂ ਬੱਚਿਆਂ ਦੇ ਕਨੈਕਟ 'ਚ ਰਹਿੰਦੇ ਹੋ।
ਔਰ ਚੇਂਜ ਹਰ ਸਾਲ 2 ਸਾਲ ਬਾਅਦ ਕਿਸ ਤਰ੍ਹਾਂ ਬੱਚਿਆਂ ਦੀਆਂ ਲਾਈਕਿੰਗਸ, ਪ੍ਰਾਇਰਟੀਜ਼, ਇੰਟਰਸਟ ਚੇਂਜ ਹੁੰਦੇ ਨੇ ਔਰ ਉਹਨਾਂ ਦੇ ਨਾਲ ਮੈਚ ਕਰਨ ਲਈ ਸਾਨੂੰ ਆਪਣੇ ਤੇ ਧਿਆਨ ਦੇਣਾ ਪੈਂਦਾ। ਆਟੋਮੈਟਿਕਲੀ ਟੀਚਰ ਦੀ ਗਰੋਥ ਹੁੰਦੀ ਹੈ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ 30 ਸਾਲ, ਤੇ ਮੈਂ ਵੀ ਅਗਰ ਆਪਣੇ ਤੋਂ ਨਹੀਂ ਜ਼ਰਾ ਹਟ ਕੇ ਆਬਜੈਕਟਿਵ ਹੋ ਕੇ ਦੇਖਾਂ ਤੇ 30 ਸਾਲ ਦਾ ਦੇਖ ਕੇ ਇਸ ਵੇਲੇ ਬੜਾ ਇੱਕ ਮੈਚੁਰਿਟੀ ਲੈਵਲ ਵੀ ਨਹੀਂ ਕਹਾਂਗੇ, ਇਹ ਕਿ ਇੱਕ ਮੋਨੋਟਨਸ ਵੀ ਹੋ ਗਿਆ ਔਰ ਸੌਰਟ ਆਫ ਇੱਕ ਸੁਪਰ ਐਨੂਏਸ਼ਨ ਵਾਲਾ ਲੈਵਲ ਲੱਗਦਾ। ਪਰ ਮੈਨੂੰ ਆਪਣੇ ਆਪ 'ਚ ਕਦੀ ਇਹ ਫੀਲ ਨਹੀਂ ਹੋਇਆ। ਮੈਨੂੰ ਅਜੇ ਵੀ ਲੱਗਦਾ ਕਿ ਅਜੇ ਬਹੁਤ ਕੁਝ ਸਿੱਖਣਾ, ਅਜੇ ਆਹ ਗੱਲ ਠੀਕ ਨਹੀਂ ਹੈਗੀ, ਅਜੇ ਇਹ ਠੀਕ ਕਰਨ ਵਾਲੀ ਹੈ। ਜਿਸ ਵੀ ਇਨਸਾਨ ਨੂੰ ਮਿਲਾ ਉਹਦੇ ਮੈਨੂੰ ਲੱਗਦਾ ਕਿ ਇਹਦੇ 'ਚ ਇਹ ਗੱਲ ਬਹੁਤ ਅੱਛੀ ਹੈ, ਇਹਦੇ 'ਚ ਇਹ ਬੜੀ ਮੈਚੁਰਿਟੀ ਹੈ, ਇਹ ਬੜੀ ਪੇਸ਼ੈਂਸ ਵਾਲੀ ਗੱਲ ਹੈ ਤੇ ਇਹ ਸਿੱਖਣੀ ਚਾਹੀਦੀ ਹੈ। ਤੇ ਮੈਨੂੰ ਅਜੇ ਲੱਗਦਾ ਵੀ ਅਜੇ ਬਹੁਤ ਕੁਝ ਹੈ ਕਰਨ ਵਾਲਾ, ਜੇ ਪਰਮਾਤਮਾ ਨੇ ਮੌਕਾ ਦਿੱਤਾ ਤੇ ਜ਼ਰੂਰ ਹੋ ਸਕੇਗਾ। ਕਿ ਛੋਟੀ ਛੋਟੀ ਗੱਲ ਨੂੰ ਆਈਡੈਂਟੀਫਾਈ ਕਰਨਾ ਤੇ ਆਪਣੀ ਜ਼ਿੰਦਗੀ 'ਚ ਇੰਪਰੂਵਮੈਂਟਸ ਲੈ ਕੇ ਆਉਣਾ। ਆਈ ਥਿੰਕ ਜਿਹੜਾ ਇੱਕ ਫਾਈਨ ਪ੍ਰੋਡਕਟ ਬਣਦਾ ਹੈ, ਜਿਵੇਂ ਕਿ ਤੁਹਾਡਾ ਕਾਲਜ ਇੱਕ ਫਾਈਨ ਇੰਸਟੀਟਿਊਟ ਬਣਿਆ ਹੈ, ਰਾਈਟ, ਤੁਸੀਂ ਇੱਕ ਬਿਹਤਰੀਨ ਪ੍ਰਿੰਸੀਪਲ ਹੋ, ਕਿ ਉਹ ਕੰਟੀਨਿਊਅਸ ਸਮਾਲ ਇੰਪਰੂਵਮੈਂਟਸ ਜਿਹੜਾ ਕਰਦਾ ਜਾਂਦਾ, ਮੈਨੂੰ ਲੱਗਦਾ ਕਿ ਉਹ ਫਿਰ ਫਾਈਨ ਹੋ ਹੀ ਜਾਂਦਾ। ਐਜ਼ ਅ ਪ੍ਰਿੰਸੀਪਲ ਦੀ ਗੱਲ ਕਰੀਏ, ਯੂ ਵਰ ਵਨ ਆਫ ਦ ਯੰਗੈਸਟ ਪ੍ਰਿੰਸੀਪਲ ਮੈਂ ਕਹਾਂਗੀ, ਹੈ ਨਾ। Even before 30 years of age you were a principal and 20-30 students ਤੋਂ ਸ਼ੁਰੂ ਕਰਕੇ ਤੇ 1200-1300 ਦੇ ਸਟੂਡੈਂਟਸ ਤੇ ਇੰਸਟੀਟਿਊਟ ਨੂੰ ਲੈ ਕੇ ਜਾਣਾ। ਹਾਲਾਂਕਿ ਨੰਬਰ ਦੀ ਗੱਲ ਤੇ ਬਾਅਦ ਦੀ ਆ, ਰਾਈਟ, ਨੰਬਰ ਨੂੰ ਅਸੀਂ ਬਿਗ ਨੰਬਰਸ ਵੱਲ ਨਹੀਂ ਅਸੀਂ ਜਾ ਰਹੇ, ਅਸੀਂ ਇੱਥੇ ਜ਼ਰੂਰ ਜਾ ਰਹੇ ਕਿ ਤੁਸੀਂ ਇੱਕ ਕੁਆਲਿਟੀ ਇੰਸਟੀਟਿਊਟ ਜਿਹੜਾ ਉਹ ਕ੍ਰੀਏਟ ਕਰ ਪਾਏ, ਜਿੱਥੇ ਤੁਹਾਨੂੰ ਇਹ ਹੈ ਕਿ ਹਾਂ ਇਸ ਕਾਲਜ ਦੇ ਬੱਚੇ, ਮੇਰੇ ਕੋਲ ਵੀ, ਮੈਂ ਦੱਸਣਾ ਚਾਹੁੰਦੀ ਆਪਣੀ ਇੰਟਰਵਿਊ 'ਚ ਕਿ ਮੇਰੇ ਕੋਲ ਵੀ ਮੈਮ ਦੇ ਕਾਲਜ ਦੇ ਬੱਚੇ ਜਿਹੜੇ ਆ ਉਹ ਕੰਮ ਕਰਦੇ ਆ ਐਂਡ ਦੇ ਆਰ ਡਿਫਰੈਂਟ ਦੈਨ ਅਦਰ ਸਟੂਡੈਂਟਸ, ਯੂ ਨੋ ਵਟਸੋਐਵਰ ਦੇ ਹੈਵ ਲਰਨਡ, ਇਟ ਇਜ਼ ਡਿਫਰੈਂਟ। ਜਿਵੇਂ ਮੈਨੂੰ ਇੱਕ ਗਰਲ ਕਹਿ ਰਹੀ ਸੀ ਕਿ ਮੈਂ ਸਰ ਰੋਜ਼ ਸੁਖਾਸਨ ਕਰਦੀ ਸੀ ਉੱਥੇ, ਠੀਕ ਹੈ, ਸੋ ਮੈਂ ਇਹ ਵਾਲੀ ਐਕਟੀਵਿਟੀ ਰੋਜ਼ ਕਰਦੀ ਸੀ, ਤਾਂ ਮੈਨੂੰ ਬੜਾ ਡਿਫਰੈਂਟ ਲੱਗਾ। ਸੋ ਹਾਊ ਵਾਜ਼ ਯੂਰ ਐਕਸਪੀਰੀਅੰਸ ਕਿ ਅਸੀਂ ਇੱਕ ਬੜੇ ਛੋਟੇ ਨੰਬਰ ਤੋਂ ਆਪਣੇ ਇੰਸਟੀਟਿਊਟ ਨੂੰ ਇੱਥੋਂ ਤੱਕ ਲੈ ਕੇ ਆਏ, ਤੇ ਸਿਰਫ ਆਪਣਾ ਕਾਲਜ ਹੀ ਨਹੀਂ, ਤੁਸੀਂ ਵੈਸੇ ਵੀ ਫੋਰੈਸ ਦਾ ਹੋਰ ਕਈ ਚੀਜ਼ਾਂ ਜਿਹੜੀਆਂ ਤੁਸੀਂ ਦੇਖਦੇ ਹੋ। ਸੰਤ ਸਿੰਘ ਸੁਖਾ ਸਿੰਘ ਐਜੂਕੇਸ਼ਨਲ ਇੰਸਟੀਟਿਊਸ਼ਨਸ ਇੱਕ ਗਰੁੱਪ ਆਫ ਸਕੂਲਸ ਐਂਡ ਕਾਲਜਿਸ ਹੈ, ਤੇ ਜਦੋਂ 100 ਸਾਲ ਕੰਪਲੀਟ ਹੋਏ ਸਕੂਲ ਦੇ ਤੇ ਉਦੋਂ ਇਸ ਕਾਲਜ ਦੀ ਸ਼ੁਰੂਆਤ ਹੋਈ ਸੀ। ਕਾਮਰਸ ਕਾਲਜ ਹੈ, ਜੌਬ ਓਰੀਐਂਟਡ ਕੋਰਸਿਸ ਹੈ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਨੰਬਰ ਦੀ, ਤੇ ਸਾਡੀ ਮੈਨੇਜਮੈਂਟ ਦਾ ਪਹਿਲੇ ਤਾਂ ਜਿਹੜੇ ਸਾਡੇ ਫਾਊਂਡਰ ਸਨ ਸਕੂਲ ਦੇ, ਸਰਦਾਰ ਸੰਤ ਸਿੰਘ ਜੀ ਜਿਨ੍ਹਾਂ ਦੇ ਨਾਮ ਤੇ ਹੈ, ਸੋ ਉਹਨਾਂ ਨੇ ਜਦੋਂ 1893 'ਚ ਸ਼ੁਰੂ ਕੀਤਾ ਸੀ ਤੇ ਉਹ ਇਸ ਰੀਜਨ ਦੇ ਬੱਚੇ ਪੰਜਾਬੀ ਸਕੂਲ ਦੇ ਫਾਰਮ ਦੇ ਵਿੱਚ ਇੱਕ ਸਕੂਲ ਸ਼ੁਰੂ ਕੀਤਾ ਸੀ, ਤਾਂ ਕਿ ਇੱਥੋਂ ਦੇ ਵਿਦਿਆਰਥੀ ਇੱਥੋਂ ਦੀ ਸੱਭਿਅਤਾ ਦੇ ਨਾਲ, ਇੱਥੋਂ ਦੇ ਕਲਚਰ ਦੇ ਨਾਲ ਜੁੜੇ ਰਹਿਣ, ਮਾਤ ਭਾਸ਼ਾ ਨਾਲ ਜੁੜੇ ਰਹਿਣ। ਤੇ ਉਹਦੀ ਹੀ ਅੱਗੋਂ ਇੱਕ ਉਸ ਪਰਿਵਾਰ ਦਾ ਹੀ ਇੱਕ ਬੂਟਾ ਕਾਮਰਸ ਕਾਲਜ ਲੱਗਿਆ। ਸੋ ਇਹਦੇ ਵਿੱਚ ਅਸੀਂ ਇਹ ਕੀ ਕੋਸ਼ਿਸ਼ ਕੀਤੀ, ਸਾਡੀ ਮੈਨੇਜਮੈਂਟ ਵੱਲੋਂ, ਡਾਇਰੈਕਟਰ ਸਰਦਾਰ ਜਗਦੀਸ਼ ਸਿੰਘ ਜੀ ਦੀ ਰਹਿਨੁਮਾਈ 'ਚ ਇੰਸਟੀਟਿਊਸ਼ਨ ਚੱਲ ਰਿਹਾ ਹੈ। ਸੋ ਕੁਆਲਿਟੀ ਸਾਡੇ ਲਈ ਹਮੇਸ਼ਾ ਪ੍ਰਾਇਰਟੀ ਰਹੀ। ਬਹੁਤ ਵਾਰ ਇਹੋ ਜਿਹੇ ਮੌਕੇ ਆਏ ਕਿ ਅਸੀਂ ਚਾਹੁੰਦੇ ਤੇ ਕੋਰਸਿਸ ਹੋਰ ਲੈ ਸਕਦੇ ਸੀ, ਅਸੀਂ ਚਾਹੁੰਦੇ ਨੰਬਰ ਹੋਰ ਵਧਾ ਸਕਦੇ ਸੀ, ਪਰ ਅਸੀਂ ਕਨਫਾਈਨਡ ਰੱਖਿਆ ਨੰਬਰ, ਕਿਉਂਕਿ ਮੈਨੇਜਮੈਂਟ ਵੱਲੋਂ ਹਮੇਸ਼ਾ ਸੀ ਕਿ ਕੁਆਲਿਟੀ। ਜਦੋਂ ਉਹਨਾਂ ਨੇ ਦੇਖਿਆ ਕਿ ਪਹਿਲੇ ਸਾਲ 'ਚ 20, ਅਗਲੇ ਸਾਲ ਇੱਕੋ ਯੂਨਿਟ ਸੀ ਸਾਡੇ ਕੋਲ, ਇੱਕੋ ਹੀ ਕੋਰਸ ਸੀ, ਔਰ ਇੱਕ ਸਾਲ ਦੇ ਵਿੱਚ ਹੀ ਵਿਦਆਊਟ ਐਨੀ ਐਡਵਰਟਾਈਜ਼ਮੈਂਟ, ਵਰਡ ਆਫ ਮਾਊਥ ਦੇ ਨਾਲ ਸਾਡੇ ਕੋਲ ਐਡਮਿਸ਼ਨ ਦੀ ਓਵਰ ਐਪਲੀਕੇਸ਼ਨਸ ਆਉਣੀਆਂ ਸ਼ੁਰੂ ਹੋ ਗਈਆਂ। ਸੋ ਹੀ ਵਾਸ ਵੈਰੀ ਹੈਪੀ। ਉਹਨਾਂ ਨੇ ਕਦੀ ਨਹੀਂ ਕਿਹਾ ਕਿ ਨਹੀਂ ਬੱਚੇ ਜਿਹੜੇ ਨੇ ਜਾਂ ਕੋਰਸਿਸ ਜ਼ਿਆਦਾ ਨੇ ਜਾਂ ਕਮਰਸ਼ੀਅਲੀ ਇਹਨੂੰ ਜ਼ਿਆਦਾ ਹੈ। ਆਫ ਕੋਰਸ ਵੀ ਆਰ ਡੂਇੰਗ ਵੈਰੀ ਗੁੱਡ, ਸੈਲਫ ਫਾਈਨੈਂਸਡ ਹੈ ਔਰ ਅਸੀਂ ਅੱਛੇ ਜਾ ਰਹੇ ਹਾਂ, ਪਰ ਕਦੀ ਵੀ ਪ੍ਰੋਫਿਟੀਅਰਿੰਗ ਸਾਡਾ ਆਬਜੈਕਟਿਵ ਨਹੀਂ ਰਿਹਾ। ਤੇ ਸਾਡੀ ਜਿਹੜੀ ਐਜੂਕੇਸ਼ਨ, ਜਿਵੇਂ ਤੁਸੀਂ ਗੱਲ ਕੀਤੀ ਕਿ ਤੁਹਾਡੇ ਕੋਲ ਬੱਚੇ ਆਉਂਦੇ ਨੇ, ਅਸੀਂ ਦਾਅਵੇ ਨਹੀਂ ਕਰਦੇ ਕਿ ਅਸੀਂ ਬਹੁਤ ਕੁਝ ਕਰ ਦਿੱਤਾ, ਬਹੁਤ ਕੋਈ ਮੇਜਰ ਡਿਫਰੈਂਸ ਲੈ ਆਉਂਦਾ ਜਾਂ ਕੋਈ ਰਿਕਾਰਡ ਕਾਇਮ ਕਰ ਦਿੱਤੇ। ਹਾਂ, ਸਾਡੀ ਇਹ ਕੋਸ਼ਿਸ਼ ਜ਼ਰੂਰ ਹੁੰਦੀ ਹੈ ਕਿ ਜਿਹੜਾ ਬੱਚਾ ਸਾਡੇ ਕੋਲ ਆਏ ਉਹਨੂੰ ਬਿਹਤਰ ਲਾਈਫ ਦੇ ਲਈ ਤਿਆਰ ਕੀਤਾ ਜਾਏ। ਤੁਸੀਂ ਆਪ ਮੈਨੇਜਮੈਂਟ ਦੇ ਸਟੂਡੈਂਟ ਰਹੇ ਹੋ, ਇਹ ਅੱਛਾ, ਬਹੁਤ ਅੱਛਾ ਗਰੁੱਪ ਚਲਾ ਰਹੇ ਹੋ, ਮੈਨੇਜਮੈਂਟ ਦੇ ਪ੍ਰਿੰਸੀਪਲਸ ਔਰ ਲੀਡਰਸ਼ਿਪ ਤੁਸੀਂ ਕੋਰਸ ਵਰਕ 'ਚ ਵੀ ਪੜ੍ਹੇ ਨੇ ਔਰ ਬਹੁਤ ਕੁਝ ਤੁਸੀਂ ਜ਼ਿੰਦਗੀ 'ਚ ਵੀ ਕੀਤਾ। ਅਸੀਂ ਇਹ ਫੀਲ ਕਰਦੇ ਹਾਂ ਕਿ ਕਾਮਰਸ ਦੇ ਵਿੱਚ ਜਾਂ ਇਕਨੋਮਿਕਸ ਜਿਹੜੇ ਸਾਡੇ ਮੇਨ ਏਰੀਆਜ਼ ਨੇ, ਐਜੂਕੇਸ਼ਨ ਦੇ ਇਹ ਹਾਲਾਤ ਨੇ ਕਿ ਬੱਚੇ ਨੂੰ ਅਸੀਂ ਸਿਖਾਉਂਦੇ ਹਾਂ ਮੈਕਸਿਮਾਈਜ਼ੇਸ਼ਨ ਆਫ ਪ੍ਰੋਫਿਟ, ਉਹਦੇ 'ਚ ਕਾਸਟ ਕਟਿੰਗ, ਉਹਦੇ 'ਚ ਓਵਰ ਪ੍ਰਾਈਸਿੰਗ ਔਰ ਹੋਰ ਬਹੁਤ ਕੁਝ ਹੈ। all the resources, how these should be exploited so that you can maximize the profit.
ਔਰ ਤੁਸੀਂ ਉਮਰ 'ਚ ਮੇਰੇ ਨਾਲੋਂ ਛੋਟੇ ਹੋ। ਮੇਰਾ ਐਜ਼ ਅ ਸਟੂਡੈਂਟ ਦਾ ਤਜਰਬਾ ਮੈਂ ਜੇ ਦੇਖਾਂ ਔਰ ਟੀਚਿੰਗ ਦਾ ਵੀ, ਕਿ ਅੱਜ ਤੋਂ 30-40 ਸਾਲ ਪਹਿਲੇ ਇੰਨੇ ਬਿਜ਼ਨਸ ਲਾਜ਼ ਨਹੀਂ ਸੀ ਹੁੰਦੇ ਜਿਹਨੂੰ ਹੁਣ ਹੋ ਗਏ, ਜਿੰਨੇ ਅਸੀਂ ਕੰਪਲਿਕੇਟ ਕਰ ਦਿੱਤੇ। ਹਾਂ, ਐਜੂਕੇਸ਼ਨ ਮੈਨੇਜਮੈਂਟ ਦੀ ਇੱਕ ਲੈਵਲ ਤੱਕ ਪਹੁੰਚ ਚੁੱਕੀ ਸੀ। ਜੇ ਅਸੀਂ ਮੈਨੇਜਮੈਂਟ ਦੇ ਵਿੱਚ ਇੰਨੇ ਐਕਸਪਰਟ ਹੋ ਗਏ ਸੀ ਤੇ ਫਿਰ ਇਹ ਕਿਉਂ ਹੋਇਆ ਕਿ ਸਾਨੂੰ এনवायरमेंट ਦੀ ਫਿਕਰ ਲਈ এনवायरमेंट ਦੇ ਲਾਅ ਬਣਾਉਣੇ ਪਏ, ਕੰਜ਼ਿਊਮਰ ਦੀ ਫਿਕਰ ਲਈ ਕੰਜ਼ਿਊਮਰ ਪ੍ਰੋਟੈਕਸ਼ਨ ਬਣਾਉਣੇ ਪਏ, ਕਾਰਪੋਰੇਟ ਗਵਰਨੈਂਸ ਲਿਆਉਣੀ ਪਈ, ਬਿਜ਼ਨਸ ਐਥਿਕਸ ਕਰਨੇ ਪਏ ਔਰ ਸੋ ਮੈਨੀ ਥਿੰਗਸ। ਜਦੋਂ ਅਸੀਂ ਮਾਸਟਰਸ ਕਰਦੇ ਸੀ, ਇਹਨਾਂ ਵਿੱਚੋਂ ਇਹਨਾਂ ਦੇ ਟਿਟਬਿਟਸ ਗਾਈਡਲਾਈਨਸ ਦੀ ਫਾਰਮ ਵਿੱਚ ਹੁੰਦੇ ਸੀ, ਰੈਗੂਲੇਸ਼ਨ ਦੀ ਫਾਰਮ ਵਿੱਚ ਨਹੀਂ ਸੀ ਹੁੰਦੇ। ਔਰ ਓਵਰ ਦ ਈਅਰਸ ਉਹ ਸਿਰਫ ਰੈਗੂਲੇਸ਼ਨ ਹੀ ਨਹੀਂ, ਉਹ ਕਰਿਕੂਲਮ ਦਾ ਪਾਰਟ ਵੀ ਹੋ ਗਏ। ਔਰ ਇਹ ਸਾਰਾ ਕੁਝ ਕਰਕੇ ਅਸੀਂ ਬੱਚੇ ਨੂੰ ਸਿਖਾ ਕੇ ਉਸ ਤੋਂ ਬਾਅਦ ਕਹਿ ਦਿੰਦੇ ਆ ਕਸਟਮਰ ਇਜ਼ ਦ ਕਿੰਗ। ਫਿਰ ਉਹਨੂੰ ਕਹਿੰਦੇ ਆ ਕਿ EMPLOYEE ਲਈ ਹੁਣ ਅੱਜ ਕੱਲ੍ਹ ਜਿਹੜਾ ਨਵਾਂ ਚੱਲ ਰਿਹਾ ਸਰਵੈਂਟ ਲੀਡਰਸ਼ਿਪ, ਵੀ ਸ਼ੁੱਡ ਨਰਚਰ ਦ EMPLOYEES। ਪਹਿਲੇ ਤੁਸੀਂ ਸਿਖਾਉਂਦੇ ਹੋ ਕਿ ਕਾਸਟ ਕਟਿੰਗ ਕਿਵੇਂ ਕਰਨੀ ਹੈ, ਪ੍ਰੋਡਕਟਿਵਿਟੀ ਕਿਵੇਂ ਮੈਕਸਿਮਾਈਜ਼ ਕਰਨੀ ਹੈ। ਸੋ ਅਸੀਂ ਚਾਹੁੰਦੇ ਹਾਂ ਕਿ ਕਿਉਂ ਨਾ ਬੇਸ ਹੀ ਅੱਛਾ ਬਣਾਇਆ ਜਾਏ, ਇੱਕ ਹੋਲਿਸਟਿਕ ਵਿਊ ਕਿਉਂ ਨਾ ਲੈ ਕੇ ਚੱਲੇ। ਜਦੋਂ ਕਿ ਸਾਡੀ ਸੱਭਿਅਤਾ ਦੇ ਵਿੱਚ ਹੈ ਸ਼ੁਭ ਲਾਭ, ਮਤਲਬ ਜਿਹੜਾ ਲਾਭ ਚੰਗੇ ਢੰਗ ਦੇ ਨਾਲ ਕੀਤਾ ਜਾਏਗਾ, ਟੇਕਿੰਗ ਕੇਅਰ ਆਫ ਆਲ ਦ ਰਿਸੋਰਸਿਸ, ਉਹੀ ਸ਼ੁਭ ਲਾਭ ਹੈ। ਦਸਵੰਧ ਦੀ ਗੱਲ ਹੈ, ਜ਼ਕਾਤ ਦੀ ਗੱਲ ਹੈ, ਸਾਡੀ ਈਸਟ ਦੀ। ਪਰ ਅਸੀਂ ਵੈਸਟ ਤੋਂ ਦੇਖੋ, ਹੁਣ ਬੜੀ ਅਜੀਬ ਗੱਲ ਹੈ, ਤੁਸੀਂ ਵੀ ਕਦੀ ਗੌਰ ਕੀਤਾ ਹੋਏਗਾ ਕਿ ਅੰਗਰੇਜ਼ੀ ਦੇ ਵਿੱਚ ਵਰਡ ਹੈ ਕੱਟ ਥਰੋਟ ਕੰਪੀਟੀਸ਼ਨ। ਸਾਡੀ ਭਾਸ਼ਾ ਪੰਜਾਬੀ ਹਿੰਦੀ ਵਿੱਚ ਇਹਦਾ ਕੋਈ ਬਦਲ ਨਹੀਂ। ਅਸੀਂ ਲੋਕ ਉਸ ਟੈਂਡੈਂਸੀ ਦੇ ਨਹੀਂ ਸਾਂ ਕਿ ਦੂਸਰੇ ਦਾ ਗਲਾ ਕੱਟ ਕੇ ਹੀ ਅੱਗੇ ਵਧਣਾ ਹੈ, ਪਰ ਇਹ ਗੱਲਾਂ ਅਸੀਂ ਪਹਿਲੇ ਸਿੱਖ ਲਈਆਂ, ਫਿਰ ਉਹਨਾਂ ਨੂੰ ਠੀਕ ਕਰਨ ਲਈ, ਉੱਪਰ ਗਾਰਨਿਸ਼ਿੰਗ ਕਰਨ ਲਈ ਅਸੀਂ ਬਿਜ਼ਨਸ ਐਥਿਕਸ ਔਰ ਬਾਕੀ ਸਭ ਗੱਲਾਂ, ਮੋਰਲ ਐਜੂਕੇਸ਼ਨ ਲੈ ਆਉਂਦੀਆਂ। ਸੋ ਸਾਡੇ ਇੰਸਟੀਟਿਊਸ਼ਨ ਦਾ ਸ਼ੁਰੂ ਤੋਂ ਹੀ ਇਹ ਰਿਹਾ ਹੈ ਕਿ ਗੁਰਮਤ ਭਵਨ ਨੇ ਵੋਲੰਟਰੀ ਬੱਚੇ ਸਰਵਿਸ ਕਰਦੇ ਨੇ, ਉਹਦੇ 'ਚ ਕੋਈ ਫੇਥ ਦੀ ਗੱਲ ਨਹੀਂ, ਜਿਹਦਾ ਦਿਲ ਕਰੇ। ਰੈਗੂਲਰਲੀ ਕਲਾਸਰੂਮਸ ਵਿੱਚ ਬੱਚੇ ਪ੍ਰੇ ਕਰਦੇ ਨੇ। ਔਰ ਸਾਡੇ ਸਾਰੇ ਹੀ ਪ੍ਰੋਗਰਾਮ, ਚਾਹੇ ਉਹ ਕਲਚਰ ਦੇ ਹੋਣ, ਅਸੀਂ ਡਰਾਮਾ ਕਰੀਏ, ਸਾਰੀਆਂ ਐਕਟੀਵਿਟੀਜ਼ ਦੇ ਵਿੱਚ ਸਾਡੀ ਕੋਸ਼ਿਸ਼ ਹੁੰਦੀ ਹੈ ਬੱਚੇ ਨੂੰ ਇੱਕ ਇਨਸਾਨ, ਜਿਹੜਾ ਇੱਕ ਇਨਸਾਨ ਦੂਜੇ ਦੀ ਰਿਸਪੈਕਟ ਕਰਨਾ, ਆਪਣੇ ਰਿਸੋਰਸਿਸ ਦੀ ਰਿਸਪੈਕਟ ਕਰਨਾ। ਐਜੂਕੇਸ਼ਨ ਦਾ ਮਤਲਬ ਮੈਨੂੰ ਲੱਗਦਾ ਕਿ ਰਿਸਪੌਂਸਿਬਲ ਬਣਾਉਣਾ ਹੈ। ਓਵਰ ਦ ਈਅਰਸ ਜੋ ਮੈਂ ਪੜ੍ਹਿਆ, ਸੁਣਿਆ, ਓਬਜ਼ਰਵ ਕੀਤਾ, ਆਪਣੇ ਆਪ 'ਚ ਦੇਖਿਆ, ਵਨ ਸ਼ੁੱਡ ਹੈਵ ਦ ਐਬਿਲਿਟੀ ਟੂ ਰਿਸਪੌਂਡ ਟੂ ਦ ਸਿਚੁਏਸ਼ਨ। ਤੇ ਉਹ ਲਿਆਈ ਜਾਵੇ। ਜੇ ਉਹ ਹੋਏਗੀ ਤੇ ਸ਼ਾਇਦ ਸਾਨੂੰ ਉੱਪਰੋਂ ਨਹੀਂ ਪਾਉਣਾ ਪਏਗਾ ਕਿ ਤੂੰ এনवायरमेंट ਦਾ ਧਿਆਨ ਕਰਨਾ ਹੈ ਤੇ ਤੂੰ ਮਿੱਟੀ ਦਾ, ਪਾਣੀ ਦਾ ਸ਼ੋਰ ਦੇ ਨਾਲ ਜਾਂ ਆਪਣੀ ਪਲਾਸਟਿਕ ਦੇ ਨਾਲ ਨਾ ਕਰ। ਉਹਨੂੰ ਪਤਾ ਹੋਏ ਕਿ ਇਹ ਸਾਰਾ ਕੁਝ ਮੇਰੇ ਲਈ ਕੁਦਰਤ ਨੇ ਦਿੱਤਾ ਹੈ ਤੇ ਮੈਂ ਵੀ ਇਹਦੇ ਲਈ ਹਾਂ। ਵੀ ਆਰ ਰਿਸਪੌਂਸਿਬਲ ਟੂ ਈਚ ਅਦਰ। ਸੋ ਕੋਸ਼ਿਸ਼ ਕਰਦੇ ਹਾਂ, ਸਿੱਖ ਰਹੇ ਹਾਂ ਕਿ ਇਹਨੂੰ ਬਿਹਤਰ ਕਿਵੇਂ ਕੀਤਾ ਜਾ ਸਕਦਾ। ਬਹੁਤ ਵਧੀਆ। ਮੈਂ ਅਕਸਰ ਹੀ ਕਹਿੰਦੀ ਹਾਂ ਕਿ ਸਿੰਬਾ ਕੋਟਸ ਜਿਹੜੀ ਮੇਰੀ ਕੰਪਨੀ ਆ, ਇਟ ਇਜ਼ ਨਾਟ ਅ ਕਾਰਪੋਰੇਟ, ਇਟ ਇਜ਼ ਅ ਕਮਿਊਨਿਟੀ। ਰਾਈਟ। ਤੇ ਉਹੀ ਤੁਹਾਡੀ ਗੱਲ ਸੁਣ ਕੇ ਮੈਨੂੰ ਅਜੇ ਹੀ ਫੀਲ ਹੋਇਆ, ਲੱਗ ਹੀ ਨਹੀਂ ਰਿਹਾ ਕਿ ਮੈਂ ਪ੍ਰਿੰਸੀਪਲ ਨਾਲ ਗੱਲ ਕਰ ਰਹੀ, ਤਾਂ ਲੱਗ ਰਿਹਾ ਕਿ ਬਿਲਕੁਲ ਇੱਕ ਫੈਮਿਲੀ ਦਾ ਹੈਡ ਹੀ ਗੱਲ ਕਰ ਰਿਹਾ, ਕਿ ਜਿਹਨੂੰ ਪੂਰਾ 360 ਡਿਗਰੀ ਧਿਆਨ ਹੈਗਾ ਹੈ ਕਿ ਓਵਰਆਲ ਜਿਹੜੇ ਬੱਚੇ ਆ ਉਹ ਕਿਵੇਂ ਦੇ ਨਿਕਲਣ। ਆਬਵੀਅਸਲੀ ਵੈਨ ਵੀ ਫੋਕਸ ਮੋਰ ਔਨ ਪਰਸਨੈਲਿਟੀ, ਅੱਛੇ ਇਨਸਾਨ, ਤੇ ਅਸੀਂ ਕਈ ਵਾਰੀ ਦੇਖੋ ਅਸੀਂ ਕਾਲਜ ਦੇ ਵਿੱਚ ਸਮਝੋ এনवायरमेंट ਤੇ ਕੰਮ ਕਰ ਰਹੇ ਹਾਂ, ਸੋਸ਼ਲ ਐਕਟੀਵਿਟੀਜ਼ ਕਰ ਰਹੇ ਹਾਂ, ਸਾਡੇ ਬੱਚੇ ਸਮਝੋ ਸਲਮਸ ਜਾ ਕੇ ਪੜ੍ਹਾ ਰਹੇ ਨੇ ਜਾਂ ਕਲੀਨਲੀਨੈਸ ਤੇ ਫੋਕਸ ਕਰ ਰਹੇ ਹਾਂ, ਤੇ ਬੱਚੇ ਨੂੰ ਵੀ ਲੱਗਦਾ ਕਿ ਇਹਦੀ ਕੀ ਜ਼ਰੂਰਤ ਆ, ਜਾਂ ਬਾਹਰ ਵਾਲੇ ਦੇਖਣ ਲੱਗਦਾ ਕਿ ਇਹ ਓਵਰ ਹੀ ਕੁਝ ਕਰ ਰਹੇ। ਬਟ ਇੱਕ ਹੈਡ ਆਫ ਦੀ ਫੈਮਿਲੀ ਨੂੰ ਹੀ ਪਤਾ ਹੈ ਕਿ ਮੈਂ ਇਹ ਐਕਟੀਵਿਟੀਜ਼ ਜਿਹੜੀਆਂ ਉਹ ਮੈਂ ਕਿਉਂ ਕਰ ਰਿਹਾ। ਓਨਲੀ ਵੂਮਨ ਕਾਲਜ ਚਲਾਉਣ ਦਾ ਕੀ ਤੁਹਾਡਾ ਐਕਸਪੀਰੀਅੰਸ ਰਿਹਾ, ਕਿ ਤੁਸੀਂ ਹਮੇਸ਼ਾ ਹੀ ਵੂਮਨ ਦੇ ਨਾਲ ਕਲੋਜ਼ ਰਹੇ ਹੋ? ਵੂਮਨ ਹਮੇਸ਼ਾ ਜਿਹੜੀ ਐਜੂਕੇਸ਼ਨ ਤੇ ਤੁਸੀਂ ਕੰਮ ਕਰ ਰਹੇ ਹੋ, ਹਾਇਰ ਐਜੂਕੇਸ਼ਨ ਤੇ, ਇੱਥੋਂ ਤੱਕ ਬਹੁਤ ਸਾਰੀਆਂ ਵੂਮਨ ਦਾ ਪਹੁੰਚਣਾ ਬਹੁਤ ਔਖਾ ਹੈ। ਜੇ ਅਸੀਂ ਕਹਿ ਦਈਏ ਕਿ ਨਹੀਂ ਹੁਣ ਬਹੁਤ ਬਦਲਾਵ ਆ ਗਿਆ, ਤੇ ਮੈਨੂੰ ਲੱਗਦਾ ਕਿ ਬਦਲਾਵ ਬਹੁਤ ਜ਼ਿਆਦਾ ਨਹੀਂ ਆਇਆ, ਉਲਟਾ ਬਦਲਾਵ ਇੱਥੇ ਤੱਕ ਆ ਗਿਆ ਕਿ 12ਵੀਂ ਤੋਂ ਬਾਅਦ ਹੁਣ ਪੇਰੈਂਟਸ 12ਵੀਂ ਭੇਜਣਾ ਇੱਕ ਨਾਰਮਲ ਗੱਲ ਸਮਝਣ ਲੱਗ ਪਏ ਨੇ। ਜਿੱਥੇ ਕਿ ਤੁਸੀਂ ਇੰਨੀਆਂ ਗਰਲਸ ਨੂੰ ਆਪਣੇ ਅੱਗੋਂ ਜਾਂਦੇ ਦੇਖਿਆ ਕਿ ਐਜੂਕੇਸ਼ਨ ਹੀ ਜਿਹੜਾ ਕਹਿੰਦੇ ਕਿ ਔਰਤ ਦਾ ਅਸਲੀ ਗਹਿਣਾ ਹੋਣਾ ਚਾਹੀਦਾ ਜਾਂ ਹੈ, ਰਾਈਟ? ਸੋ ਹਾਊ ਵਾਜ਼ ਯੋਰ ਐਕਸਪੀਰੀਅੰਸ ਵਿਦ ਆਲ ਵੂਮਨ ਸਟੂਡੈਂਟਸ, ਰਾਈਟ? ਐਂਡ ਤੁਹਾਨੂੰ ਕੀ ਮਹਿਸੂਸ ਹੁੰਦਾ ਹੈ ਕਿ ਕਿੰਨੀਆਂ ਕੁ ਜ਼ਿੰਦਗੀਆਂ ਜਿਹੜੀਆਂ ਬਦਲੀਆਂ ਹੋਣਗੀਆਂ ਇਸ ਇੰਸਟੀਟਿਊਟ ਕਰਕੇ? ਓਨੈਸਟਲੀ ਮੈਂ ਆਪਣੇ ਆਪ ਨੂੰ ਕਦੀ ਜੈਂਡਰ ਦੇ ਨਾਲ ਆਈਡੈਂਟੀਫਾਈ ਨਹੀਂ ਕੀਤਾ। ਕਦੀ ਇਸ ਖਾਨੇ 'ਚ ਮੇਰੀ ਅਪਬ੍ਰਿੰਗਿੰਗ ਇਹੋ ਜਿਹੀ ਨਹੀਂ ਹੋਈ ਕਿ ਮੈਂ ਕਦੀ ਪੇਰੈਂਟਸ ਨੇ ਕਿਹਾ ਹੋਵੇ ਕਿ ਤੂੰ ਲੜਕੀ ਹੈ ਤੇ ਇਹ ਕਰ ਸਕਦੀ ਹੈ ਕਿ ਇਹ ਨਹੀਂ ਕਰ ਸਕਦੀ। ਇਸ ਤਰ੍ਹਾਂ ਦਾ এনवायरमेंट ਮਿਲਿਆ ਹੀ ਨਹੀਂ। ਔਰ ਪੜ੍ਹਾਈ ਵੀ ਥਰੂ ਆਊਟ ਕੋ ਐਜੂਕੇਸ਼ਨਲ ਇੰਸਟੀਟਿਊਸ਼ਨਸ ਦੇ ਵਿੱਚ ਹੋਈ। ਤੇ ਜਿਹੜਾ ਮੇਰਾ ਸਭ ਤੋਂ ਪਹਿਲੇ ਟੀਚਿੰਗ ਐਕਸਪੀਰੀਅੰਸ ਸੀ ਉਹ ਵੀ ਇੱਕ ਵੂਮਨ ਕਾਲਜ ਵਿੱਚ ਹੀ ਸੀ।
ਤੇ ਮੈਨੂੰ ਸ਼ੁਰੂ 'ਚ ਬੜਾ ਅਜੀਬ ਲੱਗਦਾ ਹੁੰਦਾ ਸੀ ਕਿਉਂਕਿ ਕੋਐਡ ਕਾਲਜ ਦਾ ਕਲਚਰ ਡਿਫਰੈਂਟ ਹੁੰਦਾ। ਵੂਮਨ ਕਾਲਜ ਦੇ ਵਿੱਚ ਇੱਕੋ ਟਾਈਮ ਤੇ ਕਲਾਸਿਸ ਸ਼ੁਰੂ ਹੋਣੀਆਂ ਤੇ ਇੱਕੋ ਟਾਈਮ ਤੇ ਆਫ ਹੋਣਾ, ਇਸ ਤਰ੍ਹਾਂ ਦਾ ਮੈਨੂੰ ਲੱਗਦਾ ਹੁੰਦਾ ਸੀ ਕਿ ਕੁਝ ਔਡ ਹੈ ਐਟਮੋਸਫੇਅਰ। ਆਈ ਕੁਡਨਟ ਰਿਲੇਟ ਟੂ ਦੈਟ। ਇੱਕ ਫਾਰਮਲ ਔਰ ਕੁਝ ਔਕਵਰਡਨੈਸ ਲੱਗਦੀ ਸੀ। ਪੜ੍ਹਾਉਣ ਦਾ ਉੱਥੇ ਮੈਨੂੰ ਵੀ ਬਹੁਤ ਮਜ਼ਾ ਆਇਆ। ਮੈਂ ਜਲੰਧਰ 'ਚ ਇਸ ਤੋਂ ਪਹਿਲੇ ਪੜ੍ਹਾਇਆ KMV ਕਾਲਜ। ਪੜ੍ਹਾਉਣ ਦਾ ਪੈਸ਼ਨ ਜਿਹੜਾ ਨਾ ਉਹ ਉੱਥੇ ਮੈਂ ਦੇਖਿਆ ਆਪਣੇ ਦੇ ਵਿੱਚ ਕਿ ਵੀ ਹਾਂ ਮਜ਼ਾ ਆਉਂਦਾ ਪੜ੍ਹਾ ਕੇ। ਉਸ ਤੋਂ ਬਾਅਦ ਇੱਥੇ ਆ ਕੇ ਫੋਰਸ ਦੇ ਵਿੱਚ ਇੱਥੋਂ ਦੀ ਖਾਸ ਗੱਲ ਇਹ ਸੀ, ਇੱਥੋਂ ਦਾ এনवायरमेंट ਇਸ ਤਰ੍ਹਾਂ ਦਾ ਬਣਾਇਆ ਗਿਆ ਹੈ ਡਾਕਟਰ ਸਾਹਿਬ ਦੀ ਸਰਪ੍ਰਸਤੀ ਦੇ ਵਿੱਚ ਕਿ ਜਿਸ ਤਰ੍ਹਾਂ ਤੁਸੀਂ ਕਹਿੰਦੇ ਕਮਿਊਨਿਟੀ ਵਾਲਾ। ਸੋ ਉਹ ਇੱਕ ਕਨੈਕਟ ਬੰਦਾ ਸੀ ਸਾਡਾ ਸਾਰਿਆਂ ਦਾ, ਇੱਕ ਆਪਣਾਪਨ, ਜਿਹੜੀ ਸਾਡੀ ਖਾਸ ਗੱਲ ਹੈ ਸਾਰੇ ਇੰਸਟੀਟਿਊਸ਼ਨ ਦੀ ਹੈ ਕਿ ਉਹਦੇ 'ਚ ਕੋਈ ਬਿਊਰੋਕ੍ਰੇਸੀ, ਕੋਈ ਅਫਸਰਸ਼ਾਹੀ ਵਾਲੀ ਗੱਲ ਨਹੀਂ ਹੈ। ਅਸੀਂ ਸਾਰੇ ਇੱਕ ਦੂਸਰੇ ਦੇ ਨਾਲ ਬੜੀ ਇੱਕ ਅਪਣਾਪਨ ਦੇ ਨਾਲ ਕੰਮ ਦਾ ਡਿਸਪਲਿਨ, ਵਰਕ ਐਥਿਕ ਆਪਣੀ ਜਗ੍ਹਾ, ਪਰ ਬੈਰੀਅਰਸ ਨਹੀਂ ਹੈ ਸਾਡੇ ਕੋਈ। ਤੇ ਉਹ এনवायरमेंट ਮੈਨੂੰ ਬਹੁਤ ਅੱਛਾ ਲੱਗਾ ਔਰ ਉਹੀ ਕਾਰਨ ਹੈ ਜਿਹੜਾ ਤੁਸੀਂ ਪਹਿਲੇ ਸਵਾਲ 'ਚ ਗੱਲ ਕਹੀ ਸੀ 30 ਸਾਲ, ਤੇ ਇਹ ਪਾਰਟ ਆਫ ਦਾ ਲਾਈਫ ਬਣ ਗਿਆ। ਇਹਨੂੰ ਕਦੀ ਜੌਬ ਵਾਂਗ ਜਾਂ ਇੰਪਲੋਇਮੈਂਟ ਵਾਂਗ ਨਹੀਂ ਲਿਆ। ਵਿਮਨ ਐਜੂਕੇਸ਼ਨ, ਹਾਂ ਇੱਥੇ ਆ ਕੇ ਬੱਚਿਆਂ ਨੂੰ ਮਿਲੇ, ਦੇਖਿਆ, ਔਰ ਜਿਹੜੀ ਸੋਸਾਇਟੀ ਦੇ ਜਿਸ ਸਟ੍ਰੇਟਾਂ ਨੂੰ ਅਸੀਂ ਜ਼ਿਆਦਾਤਰ ਕੇਟਰ ਕੀਤਾ ਕਿਉਂਕਿ ਸਾਡਾ ਚੈਰੀਟੇਬਲ ਇੰਸਟੀਟਿਊਸ਼ਨ ਹੋਣ ਕਰਕੇ ਬੜਾ ਇਕਨੋਮਿਕਲ ਜਿਹਾ ਫੀਸ ਸਟਰਕਚਰ ਹੈ, ਸਕਾਲਰਸ਼ਿਪ, ਫ੍ਰੀ ਸ਼ਿਪਸ ਵੀ ਅਸੀਂ ਬੜੇ ਲਿਬਰਲ ਹੋ ਕੇ ਦਿੰਦੇ ਹਾਂ, ਤੇ ਬੜੇ ਸਧਾਰਨ ਪਰਿਵਾਰ ਦੇ ਮਿਹਨਤ ਕਰਨ ਵਾਲੇ ਇਨਸਾਨ, ਸਾਦਾ ਇਨਸਾਨ, ਉਹਨਾਂ ਦੀਆਂ ਬੱਚੀਆਂ ਪੜ੍ਹਨ ਆਉਣਾ, ਉਹ ਲੋਕ ਇੰਨਾ ਰਿਸੀਵ ਇੰਨੀ ਅੱਛੀ ਤਰ੍ਹਾਂ ਕਰਦੇ ਆ ਜੋ ਵੈਲਿਊ ਦਿੰਦੇ ਆ। ਕੋਈ ਇਹੋ ਜਿਹੇ ਵੀ ਸੈਕਸ਼ਨ ਹੋ ਸਕਦੇ ਸੋਸਾਇਟੀ 'ਚ ਜਿਨ੍ਹਾਂ ਨੂੰ ਇੰਨਾ ਫਰਕ ਨਹੀਂ ਪੈਂਦਾ, ਪਰ ਉਹ ਜਿਹੜੇ ਸਧਾਰਨ ਸਕੂਲਾਂ ਤੋਂ ਪੜ੍ਹ ਕੇ ਬੱਚੇ ਆਉਂਦੇ ਆ, ਜਦੋਂ ਉਹਨਾਂ ਨੂੰ ਪਰਸਨਲ ਅਟੈਂਸ਼ਨ ਮਿਲਦੀ ਹੈ। ਮੇਰੀ ਟੀਮ ਬਹੁਤ ਅੱਛੀ ਹੈ। we have been very fortunate ਕਿ like-minded people, to those who are very willing to learn, dedicated ਬਣ ਜਾਂਦੇ ਨੇ। ਸੋ ਉਹ ਜਿਹੜਾ ਉਹ ਬੱਚਿਆਂ ਦਾ ਕਨੈਕਟ ਬਣਦਾ ਟੀਚਰਸ ਦੇ ਨਾਲ, ਕਿ ਬੜੀ ਕਾਮਨ ਗੱਲ ਹੈ ਕਿ ਸਾਡੇ ਬੱਚੇ ਕਹਿਣਗੇ ਕਿ ਅੱਛਾ ਮੈਂ ਵੀ ਟੀਚਰ ਬਣਨਾ, ਮੈਂ ਵੀ ਪ੍ਰੋਫੈਸਰ ਬਣਨਾ, ਤਾਂ ਉਹਨਾਂ ਨੂੰ ਦੇਖ ਕੇ ਲੱਗਦਾ, ਆਪਣੇ ਟੀਚਰਸ ਨੂੰ ਦੇਖ ਕੇ ਇੰਸਪੀਰੇਸ਼ਨ ਮਿਲਦੀ ਹੈ। ਔਰ ਬਹੁਤ ਸਾਰੇ ਇਹੋ ਜਿਹੇ ਕੇਸਿਸ ਨੇ ਕਿ ਇੱਕ ਸਧਾਰਨ ਮੋਟਰ ਮਕੈਨਿਕ ਦਾ ਬੱਚਾ ਹੋਏਗਾ ਜਿਹੜਾ ਬੜਾ ਸਬਸਿਡਾਈਜ਼ਡ ਸਾਡੇ ਕੋਲ ਪੜ੍ਹ ਕੇ ਗਿਆ, ਬਾਅਦ 'ਚ IIM ਤੋਂ MBA ਕਰਕੇ ਔਰ ਇਸ ਵੇਲੇ ਕਿਸੇ ਮਲਟੀਨੈਸ਼ਨਲ ਕੰਪਨੀ ਦੇ ਵਿੱਚ ਡਾਇਰੈਕਟਰ ਮਾਰਕੀਟਿੰਗ ਹੈ। ਸਾਡੇ ਕੋਲ ਪੜ੍ਹ ਕੇ ਗਈਆਂ ਹੋਈਆਂ ਲੜਕੀਆਂ HDFC ਦੇ ਵਿੱਚ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ ਹੈ, ਔਰ ਉਹ ਇੰਨੀਆਂ ਮਜ਼ਬੂਤ ਨੇ ਕਿ ਉਹ ਕਹਿੰਦੇ ਕਿ ਸਾਨੂੰ ਕਿਹਾ ਜਾਂਦਾ ਹੈ ਕਿ ਇਹ ਦੋ ਨੇ, ਦੇ ਆਰ ਟਾਈਗਰ ਆਫ HDFC। ਉਹ ਟਿਗਰਸ ਵਰਡ ਵੀ ਨਹੀਂ ਵਰਤਦੇ, ਟਾਈਗਰ ਵਰਤਦੇ ਨੇ। ਸੋ ਇਹ ਕਿਰਪਾ ਹੈ ਪਰਮਾਤਮਾ ਦੇ ਫੋਰਸ ਇੰਸਟੀਟਿਊਸ਼ਨਸ ਦੀ ਕਿ এনवायरमेंट ਇਹੋ ਜਿਹਾ ਬਣ ਜਾਂਦਾ ਹੈ, ਵਾਈਬਸ ਇਹੋ ਜਿਹੀਆਂ ਨੇ, ਸਪਿਰਿਚੁਅਲਿਟੀ ਹੈ, ਵਰਕ ਐਥਿਕ ਹੈ, ਔਰ ਅਸੀਂ ਇੱਕ ਦੂਸਰੇ ਨੂੰ ਕੰਪਲੀਮੈਂਟ ਕਰਦੇ ਹਾਂ। ਜਿਹੜੀ ਚੀਜ਼ ਮੇਰੇ 'ਚ ਨਹੀਂ ਹੈ ਉਹ ਮੇਰੀ ਟੀਮ 'ਚ ਕਿਸੇ 'ਚ ਹੈ, ਤੇ ਉਹ ਅੱਗੇ ਹੋ ਜਾਏਗਾ ਵੀ ਇਹ ਕੰਮ ਤੁਸੀਂ ਕਰੋ। ਕੋਈ ਹੋਰ ਹੈ, ਹਾਂ ਇੰਨਾ ਜ਼ਰੂਰ ਹੋ ਗਿਆ ਕਿ ਇੰਨੇ ਤਜਰਬੇ ਦੇ ਨਾਲ ਟੈਲੈਂਟ ਸਪੌਟ ਜ਼ਰੂਰ ਕਰ ਲਈਦਾ। ਔਰ ਦੂਸਰੀ ਇੱਕ ਹੋਰ ਗੱਲ ਇਹ ਵੀ ਹੈ ਕਿ ਜਿਹੜੀ ਸਾਡੀ ਐਕਸੈਸਿਬਿਲਿਟੀ ਹੈ ਕਿ ਕੋਈ ਵੀ ਆ ਕੇ, ਪੇਰੈਂਟਸ ਆ ਕੇ, ਜਿਸ ਤਰ੍ਹਾਂ ਦਾ ਤੁਹਾਡਾ ਇੱਥੇ ਮਾਹੌਲ ਹੈ, ਵੀ ਆਰ ਐਕਸੈਸਿਬਲ, ਆਲਵੇਜ਼ ਅਵੇਲੇਬਲ। ਸਟੂਡੈਂਟ ਨੂੰ ਪਤਾ ਕਿ ਮੈਂ ਕਦੀ ਵੀ ਜਾ ਕੇ, ਜੇ ਮੇਰੇ ਟੀਚਰ ਦੇ ਲੈਵਲ ਤੇ ਮੇਰੀ ਕੋਈ ਮਸਲਾ ਹੱਲ ਨਾ ਹੋ ਸਕਿਆ ਜਾਂ ਆਫਿਸ 'ਚ ਨਹੀਂ ਹੋ ਰਿਹਾ, ਤੇ ਮੇਰੇ ਕੋਲ ਆ ਸਕਦੇ ਆ। ਔਰ ਉਹਦਾ ਕਿਸੇ ਨੂੰ ਕੰਪਲੇਨ ਕਰਨ ਵਰਗਾ ਮਾਹੌਲ, ਕਿਸੇ ਨੂੰ ਬਲੇਮ ਕਰਨ ਵਰਗਾ ਨਹੀਂ ਹੁੰਦਾ। ਵੀ ਆਰ ਸਪੋਰਟਿਵ ਆਫ ਈਚ ਅਦਰ, ਵੀ ਨੋ ਵਟ ਕੁਡ ਬੀ ਦ ਕਾਜ਼ ਬਿਹਾਈਂਡ ਇਟ। ਸੋ ਉਹ ਪਰਮਾਤਮਾ ਇੰਨਾ ਕਹਿ ਕੇ ਜੇ ਇੰਟੈਂਸ਼ਨ ਸਹੀ ਰੱਖੋ ਤੇ ਬੜੀ ਤਰ੍ਹਾਂ ਤੋਂ ਤੁਹਾਨੂੰ ਤੁਹਾਡੇ ਕੰਨਾਂ 'ਚੋਂ ਗੱਲ ਆ ਜਾਏਗੀ ਕਿ ਇਹ ਚੀਜ਼ ਇਸ ਵੇਲੇ ਹੈ ਜਿਹਦੀ ਜ਼ਰੂਰਤ ਹੈ, ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈ। ਲੜਕੀਆਂ ਹੈ ਤੇ ਅੱਜ ਤੋਂ 20 ਸਾਲ ਪਹਿਲੇ ਬੱਚਿਆਂ ਦੀ ਸੇਫਟੀ ਲਈ ਪੇਰੈਂਟਸ ਇੰਨੇ ਕੰਸਰਨਡ ਨਹੀਂ ਹੁੰਦੇ ਸਨ ਜਿੰਨੇ ਅੱਜ ਦੇ ਜ਼ਮਾਨੇ 'ਚ ਨੇ। ਕੁਝ ਸੋਸ਼ਲ ਮੀਡੀਆ ਦਾ ਐਕਸਪੋਜ਼ਰ, ਕੁਝ ਬਾਹਰ ਦੇ ਹਾਲਾਤ, ਤੇ ਅਸੀਂ ਦੇਖਿਆ ਕਿ ਪੇਰੈਂਟਸ, ਅਸੀਂ ਐਜੂਕੇਸ਼ਨ ਅੱਛੀ ਦੇ ਰਹੇ ਹਾਂ, ਕੁਆਲਿਟੀ ਨੂੰ ਵੀ ਅਪਰੀਸ਼ੀਏਟ ਕਰਦੇ ਨੇ, ਪਰ ਨੰਬਰ 1 ਉਹਨਾਂ ਕੋਲ ਜਿਹੜਾ ਰੀਜ਼ਨ ਹੁੰਦਾ ਹੈ ਕਿ ਦੇ ਫੀਲ देयर ਡਾਟਰਸ ਆਰ ਸੇਫ ਓਵਰ ਹੇਅਰ। ਤੇ ਸਾਡੇ ਲਈ ਇੱਕ ਐਡੀਸ਼ਨਲ ਰਿਸਪੌਂਸਿਬਿਲਿਟੀ ਹੈ, ਇੱਕ ਆਰਡੀਨਰੀ ਹੋਣਾ, ਕਿ ਪੇਰੈਂਟਸ ਨੂੰ ਪਤਾ ਹੈ ਕਿ ਇੱਥੇ ਮੇਰਾ ਬੱਚਾ ਆ ਗਿਆ ਤੇ ਹੁਣ ਕੋਈ ਗੱਲ ਨਹੀਂ, ਇਹ ਪ੍ਰੋਪਰ 6 ਘੰਟੇ ਪੜ੍ਹ ਕੇ ਆਰਾਮ ਨਾਲ ਜਾਏਗਾ, ਇਹਦੇ ਐਸਟਰੇ ਜਾਣ ਦੇ ਜਿਹੜੇ ਚਾਂਸਸ ਹੈ ਉਹ ਨਹੀਂ ਹੈ। ਦੈਟ ਇਜ਼ ਅ ਵੈਰੀ ਬਿਗ ਰਿਸਪੌਂਸਿਬਿਲਿਟੀ ਵਿਚ ਹੈਜ਼ ਬਿਨ bestowed upon us। ਸੋ ਅਸੀਂ ਫਿਰ ਉਹਦੇ ਅਕੋਰਡਿੰਗਲੀ ਹੀ ਆਪਣਾ ਸਿਸਟਮ, ਔਰ ਸਿਰਫ ਸਿਸਟਮ ਹੀ ਨਹੀਂ, ਬੱਚੇ ਨੂੰ ਅਵੇਅਰ ਕਰਨਾ ਕਿ ਤੇਰੇ ਲਈ ਸਹੀ ਗੱਲ ਕੀ ਹੈ, ਤੈਨੂੰ ਆਪਣੇ ਆਪ ਨੂੰ ਕਿਵੇਂ ਵੇਖਣਾ ਚਾਹੀਦਾ, ਕੋਈ ਇਹੋ ਜਿਹਾ ਕੰਮ ਨਾ ਕਰੀਏ ਕਿ ਜਿਹੜਾ ਸਾਨੂੰ ਕਿਸੇ ਕੋਲੋਂ ਛੁਪਾਉਣਾ ਪਵੇ। ਉਹ ਜਿਹੜੀ ਹੌਲੀ ਜਿਹੜੀ ਹੈ ਨਾ, ਉਹ ਪ੍ਰੋਡਿੰਗ ਅਸੀਂ ਕਰਦੇ ਰਹਿੰਦੇ ਹਾਂ, ਜਿਹਦੇ ਸਾਨੂੰ ਬੜੇ ਅੱਛੇ ਰਿਜ਼ਲਟਸ ਬਾਅਦ 'ਚ ਨਜ਼ਰ ਆਉਂਦੇ ਨੇ। ਜਦੋਂ ਮੈਂ ਫੋਰੈਸ ਕਾਲਜ ਬਾਰੇ ਸੋਚਦੀ ਹਾਂ ਤੇ ਮੇਰੇ ਮਨ 'ਚ ਤੇ ਕੁਆਲਿਟੀ ਆਉਂਦਾ ਬਾਰ-ਬਾਰ, ਰਾਈਟ? ਬਿਕਾਜ਼ ਇੱਕ ਸਟਰੀਮ ਨੂੰ ਫੋਕਸਡ ਹੋ ਗਏ ਤੁਸੀਂ, ਆਬਵੀਅਸਲੀ ਕਿ ਇੱਕ ਸਟਰੀਮ ਨੂੰ ਜਦੋਂ ਅਸੀਂ ਫੋਕਸ ਹੋ ਗਏ ਤੇ ਉਹ 'ਚ ਹੀ ਰਿਫਾਈਨਮੈਂਟ ਕਰਦੇ ਹੋਏ ਹੈ ਨਾ, ਉਹਦੇ ਵਿੱਚ ਹੋਰ ਡੀਪ। ਸੋ ਵਾਟ ਬੈਸਟ ਪ੍ਰੈਕਟਿਸਿਸ ਤੁਸੀਂ ਕਾਲਜ ਵਿੱਚ ਕੀ ਫੋਲੋ ਕਰਦੇ ਹੋ ਕਿ ਜਿਹਦੇ ਕਰਕੇ
ਐਜੂਕੇਸ਼ਨ 'ਚ ਅੱਛੇ ਰਿਜ਼ਲਟ ਆ ਰਹੇ? ਜਿਹੜਾ ਸਾਡਾ ਬਾਕੀ ਆਮ ਸਧਾਰਨ ਕਾਲਜ ਨਾਲੋਂ ਵੱਖਰੀ ਗੱਲ ਇਹ ਹੈ ਕਿ ਸਾਡਾ ਜਿਹੜਾ ਛੋਟਾ ਪਰਿਵਾਰ ਹੋਣਾ ਹੈ ਤੇ ਉਹਦੇ ਨਾਲ ਅਸੀਂ ਬੱਚਿਆਂ ਦੀਆਂ ਜੋ ਇੰਪਲੋਏਬਿਲਿਟੀ, ਕਿਉਂਕਿ ਸਾਡੇ ਕੋਲ ਜਦੋਂ ਬੱਚੇ ਐਂਟਰੀ ਲੈਵਲ ਤੇ ਆਉਂਦੇ ਨਾ ਤੇ ਅਸੀਂ ਜ਼ਰੂਰ ਇੱਕ ਪਰਸਨਲ ਕੰਟੈਕਟ ਪ੍ਰੋਗਰਾਮ ਕਰਦੇ ਹਾਂ ਜਿਹਦੇ ਵਿੱਚ 2 ਟੀਚਰਸ ਤੇ ਇੱਕ ਬੱਚਾ ਬੈਠ ਕੇ ਬੱਚੇ ਨੂੰ ਪੁੱਛਿਆ ਜਾਂਦਾ ਵੀ ਤੂੰ ਕੀ ਐਸਪੀਰੇਸ਼ਨ ਲੈ ਕੇ ਆਇਆ, ਤੁਸੀਂ ਕੀ ਕਰਨਾ ਚਾਹੁੰਦੇ ਹੋ, ਇੱਕ ਸਾਨੂੰ ਇੱਕ ਰੈਂਡਮ ਆਈਡੀਆ ਹੋ ਜਾਂਦਾ। ਤੇ ਜ਼ਿਆਦਾਤਰ ਬੱਚੇ ਜਿਹੜੇ ਨੇ ਉਹ ਬੈਂਕਸ ਦੀਆਂ ਜੌਬ ਦੇ ਲਈ, ਕਾਰਪੋਰੇਟ ਸੈਕਟਰ ਦੀਆਂ ਐਂਟਰੀ ਲੈਵਲ ਜੌਬਸ ਦੇ ਲਈ, ਚਾਹੇ ਇਕਨੋਮਿਕਸ ਆਪਟ ਕੀਤਾ ਜਾਂ ਕੰਪਿਊਟਰ ਕੀਤਾ, ਉਹ ਬੱਚੇ ਆਉਂਦੇ ਨੇ। ਸੋ ਉਹਨਾਂ ਦੀਆਂ ਜਿਹੜੀਆਂ ਬੇਸਿਕ ਸਕਿੱਲਸ ਅਸੀਂ ਦੇਖਦੇ ਹਾਂ ਜਿੱਥੇ ਬਿਲਡ ਕਰਨ ਦੀ ਜ਼ਰੂਰਤ ਹੈ, ਬੱਚਿਆਂ ਨੂੰ ਰੀਡਿੰਗ ਦੀ ਆਦਤ ਪਾਉਣਾ, ਰਾਈਟਿੰਗ ਦੀ ਆਦਤ ਪਾਉਣਾ। ਫਿਰ ਰੈਗੂਲਰ ਸਾਡੇ ਸਕਿੱਲ ਬੇਸਡ ਪ੍ਰੋਗਰਾਮਸ ਚੱਲਦੇ ਨੇ। we make it a point that every student should attend at least 2 to 3 add-on courses while her stay in the college. ਜੋ BCom BBA ਉਹਨਾਂ ਨੇ ਆਪਟ ਕੀਤਾ ਉਹਦੇ ਨਾਲ ਹੀ ਨਾਲ ਸੈਮੀਨਾਰਸ ਕਰਵਾਣੇ, ਪ੍ਰੈਜੈਂਟੇਸ਼ਨ, ਜਿਹੜਾ ਸਾਡੇ ਕੋਲ ਬੱਚਾ ਪੜ੍ਹ ਕੇ ਜਾਏਗਾ ਉਹਦੀਆਂ ਇਹ ਜਿਹੜੀਆਂ ਇਨੀਸ਼ੀਅਲ ਜਿਹੜੀਆਂ ਤੁਸੀਂ ਅੱਜ ਦੇ ਜ਼ਮਾਨੇ 'ਚ ਸਕਿੱਲਸ ਕਹਿ ਸਕਦੇ ਹੋ ਉਹਦੇ ਨਾਲ ਉਹ ਫੈਮੀਲੀਅਰ ਹੋਏਗਾ, ਹੈਂਡਸ ਔਨ ਐਕਸਪੀਰੀਅੰਸ ਬੱਚੇ ਨੂੰ ਹੋਏ। ਔਰ ਅਸੀਂ ਸਾਰੇ ਸਾਲ ਦੇ ਦੌਰਾਨ ਗੈਸਟ ਲੈਕਚਰਸ ਆਲ ਓਵਰ ਇੰਡੀਆ, ਚਾਹੇ ਉਹ ਕਾਰਪੋਰੇਟ ਸੈਕਟਰ ਤੋਂ ਨੇ, ਯੂਨੀਵਰਸਿਟੀ ਤੋਂ ਗੈਸਟ ਲੈਕਚਰਸ ਨੇ, ਉਹ ਸਾਡਾ ਇੱਕ ਬਣਿਆ ਹੋਇਆ ਇੱਕ ਫਰੇਮਵਰਕ। ਤੇ ਹੁਣ ਤੇ ਸਾਡੀ ਇਸ ਤਰ੍ਹਾਂ ਦੀ ਹੈ ਕਿ ਉਹ ਸਾਨੂੰ ਖੁਦ ਹੀ ਕੰਟੈਕਟ ਕਰ ਲੈਂਦੇ ਆ ਕਿ ਅਸੀਂ ਇਹ ਕਰਨਾ ਚਾਹੁੰਦੇ ਹਾਂ। ਸਾਡੇ ਕੋਲ ਆਪਣੀ ਫੈਕਲਟੀ ਵੀ ਇੰਨੀ ਅੱਛੀ ਡਿਵੈਲਪਡ ਹੈ ਜਿਹੜੇ ਕੰਪੀਟੀਟਿਵ ਐਬਿਲਿਟੀਜ਼ ਦੇ ਉੱਪਰ ਸ਼ਾਰਟ ਕੋਰਸਸ ਬੱਚਿਆਂ ਨੂੰ ਕਰਵਾਉਂਦੇ ਨੇ। ਰਿਟਰਨ ਫਾਈਲ ਕਰਨਾ ਹੈ, ਟੈਲੀ ਹੈ, GST ਹੈ, ਇਹਦੀਆਂ ਸਾਡੇ ਕੋਲ ਇਨ ਹਾਊਸ ਫੈਸਿਲਿਟੀਜ਼ ਅਵੇਲੇਬਲ ਨੇ ਕਿ ਅਸੀਂ ਬੱਚੇ ਨੂੰ, ਸਾਡਾ ਬੱਚਾ ਇਹ ਨਹੀਂ ਹੋਏਗਾ ਕਿ ਬਾਹਰ ਜਾ ਕੇ ਉਹ ਬਲੈਂਕ ਹੋਏ ਕਿ ਮੈਂ ਸਿਰਫ ਕਰਿਕੂਲਮ ਪੜ੍ਹ ਕੇ ਆਇਆ। ਉਹਦੇ ਕੋਲ ਪ੍ਰੈਕਟੀਕਲ ਐਕਸਪੀਰੀਅੰਸ ਵੀ ਹੋਏਗਾ ਔਰ ਉਹਨੂੰ ਫੀਲਡ ਦੀ ਕੁਝ ਅਵੇਅਰਨੈਸ ਵੀ ਹੋਏਗੀ। ਗ੍ਰੇਟ। ਮੋਸਟਲੀ ਜਿਹੜੇ ਲੀਡਰਸ ਹੁੰਦੇ ਆ ਉਹ ਕਈ ਵਾਰ ਲਾਈਫ 'ਚ ਸਟਕ ਹੋ ਜਾਂਦੇ ਆ। ਫੋਰ ਐਗਜ਼ਾਮਪਲ ਕਿ ਤੁਹਾਡੇ 20 ਸਟੂਡੈਂਟਸ ਸੀ, ਫਿਰ 200 ਹੋਏ, 500, 600, ਮੋਰ ਦੈਨ 1000। ਟੀਚਰਸ ਦੀ ਟੀਮ ਪਹਿਲਾਂ 6 ਸੀ, ਫਿਰ 16 ਹੋ ਗਈ ਐਂਡ ਦੈਨ 50 ਹੋ ਗਈ, ਰਾਈਟ? ਤੇ ਕਈ ਵਾਰ ਜਿਹੜਾ ਲੀਡਰ ਹੁੰਦਾ ਨਾ ਉਹ ਆਰਗੇਨਾਈਜੇਸ਼ਨ ਨਾਲ ਗਰੋ ਨਹੀਂ ਕਰਦਾ, ਪਰ ਅਸਲ ਲੀਡਰ ਉਹੀ ਹੈ ਕਿ ਜਿਹੜਾ ਆਰਗੇਨਾਈਜੇਸ਼ਨ ਨਾਲ ਗਰੋ ਜਿਹੜਾ ਉਹ ਕਰ ਜਾਂਦਾ ਹੈ, ਰਾਈਟ? ਸੋ ਫਰੋਮ ਸਮਾਲਰ ਟੂ ਬਿਗਰ ਟੀਮ ਐਂਡ ਫਰੋਮ ਲੈਸ ਨੰਬਰ ਆਫ ਸਟੂਡੈਂਟਸ ਟੂ the current count, right? How you brought change in yourself ਕਿ ਤੁਸੀਂ ਪਹਿਲਾਂ 10 ਟੀਚਰ ਮੈਨੇਜ ਕਰ ਰਹੇ ਸੀ ਤੇ ਹੁਣ 60 ਵੀ ਕਰ ਸਕਦੇ ਹੋ, ਤੇ ਪਹਿਲਾਂ 200 ਬੱਚੇ ਦੇਖ ਰਹੇ ਸੀ ਤੇ ਹੁਣ ਤੁਸੀਂ ਮੋਰ ਦੈਨ 1000 ਵੀ ਦੇਖ ਸਕਦੇ ਹੋ। ਤੇ ਉਹਦੇ ਵਿੱਚ ਤੁਹਾਨੂੰ ਖੁਦ ਨੂੰ ਵੀ ਬੜਾ ਗਰੋ ਕਰਨਾ ਪੈਂਦਾ, ਰਾਈਟ? ਨਹੀਂ ਤੇ ਤੁਸੀਂ ਜੇ ਜ਼ਿਆਦਾ ਅਮਾਉਂਟ ਨਹੀਂ ਹੈਂਡਲ ਕਰ ਸਕਦੇ ਤੇ ਫਿਰ ਤੁਹਾਡੀ ਜਗ੍ਹਾ ਕੋਈ ਹੋਰ ਚਾਹੀਦਾ, ਬਟ ਯੂ ਕੈਰੀਡ ਇਟ ਸੋ ਗ੍ਰੇਸਫੁਲੀ। ਤੁਸੀਂ ਕਿਵੇਂ ਇਹਨੂੰ ਇੰਨਾ ਸਮੂਥਲੀ ਕੀਤਾ? ਹਰੇਕ ਜਰਨੀ ਦੇ ਵਿੱਚ ਚੈਲੰਜਸ ਤੇ ਹੁੰਦੇ ਆ, ਅਪਸ ਐਂਡ ਡਾਊਨਸ ਤੇ ਹੁੰਦੇ ਆ, ਡਿਫਿਕਲਟੀਜ਼ ਆਉਂਦੀਆਂ। ਪਰਮਾਤਮਾ ਦੀ ਕਿਰਪਾ ਕਿ ਜਦੋਂ ਵੀ ਕੋਈ ਇਹੋ ਜਿਹੀ ਸਿਚੁਏਸ਼ਨ ਆਈ ਤੇ ਕਿਤੋਂ ਨਾ ਕਿਤੋਂ ਕੋਈ ਲਾਈਟ, ਕੋਈ ਰੋਸ਼ਨੀ ਜਿਹੜੀ ਹੈ ਉਹ ਪਹੁੰਚਾ ਦਿੰਦਾ। ਸੋ ਮੇਰਾ ਇਹੀ ਤਜਰਬਾ ਹੈ ਕਿ ਤੁਹਾਡੀ ਇੰਟੈਂਸ਼ਨ ਸਹੀ ਹੈ, ਪਰਮਾਤਮਾ ਤੇ ਵਿਸ਼ਵਾਸ ਹੈ ਤੇ ਉਹ ਪਤਾ ਹੀ ਨਹੀਂ ਕਿਹੜੇ ਢੰਗਾਂ ਦੇ ਨਾਲ ਤੁਹਾਡੀ ਮਦਦ ਤੁਹਾਡੇ ਇਮੇਜਿਨੇਸ਼ਨ 'ਚ ਵੀ ਉਹ ਗੱਲ ਨਹੀਂ ਹੁੰਦੀ ਜਿਹੜੇ ਕੰਮ ਸਰੰਜਾਮ ਹੋ ਜਾਂਦੇ ਨੇ। ਔਰ ਜਿੱਥੋਂ ਤੱਕ ਰਹੀ ਟੀਮ ਦੀ ਗੱਲ ਤੇ ਬੱਚਿਆਂ ਦੀ ਗੱਲ, ਤੇ ਕਿਉਂਕਿ ਇਹ ਜ਼ਿੰਦਗੀ ਦਾ ਹਿੱਸਾ ਬਣ ਗਿਆ ਸੀ ਤੇ ਇਹਦੇ ਵਿੱਚ ਬੜੋਤਰੀ ਜਿਹੜੀ ਇਹਦੇ 'ਚ ਇਜ਼ਾਫਾ ਤੇ ਪਰਿਵਾਰ ਦੀ ਰੌਣਕ ਵਾਧਾ। ਹੁਣ ਤੇ ਇਸ ਤਰ੍ਹਾਂ ਹੈ ਕਿ ਜਦੋਂ ਬੱਚੇ ਘੁੰਮਦੇ ਫਿਰਦੇ ਨਜ਼ਰ ਆਉਂਦੇ ਆ ਤੇ ਖੁਸ਼ੀ ਹੁੰਦੀ ਹੈ ਕਿ ਅੱਛਾ ਹੁਣ ਕੋਵਿਡ ਦੇ 2 ਸਾਲ ਸਨ ਤੇ ਵਿੱਚ ਕੁਝ ਗੈਪ ਇਹੋ ਜਿਹੇ ਆਏ ਕਿ ਜਦੋਂ ਬੱਚੇ ਕਾਲਜ ਨਹੀਂ ਆ ਰਹੇ ਸਨ, ਪਰ ਅਸੀਂ ਕਾਲਜ ਵਿੱਚ ਬੈਠ ਕੇ ਸਿਰਫ ਆਏ ਉਹ ਲੌਕਆਊਟ ਦੇ 40-45 ਡੇਜ਼ ਲੋਕਡਾਊਨ ਦੇ, ਉਸ ਤੋਂ ਬਿਨਾਂ ਅਸੀਂ ਲੋਕ ਕੈਂਪਸ 'ਚ ਲੈਂਦੇ ਰਹੇ ਤੇ ਟੀਮ ਬੜੀ ਸਪੋਰਟਿਵ ਹੈ। ਇਹਨਾਂ ਦੇ ਐਡੀਸ਼ਨਲ ਹੈਂਡਸ ਜਿਹੜੇ ਨੇ ਉਹ ਸਟਰੋਂਗ ਕਰਦੇ ਨੇ ਸਾਨੂੰ, ਇਹਨਾਂ ਦੇ ਨਵੇਂ ਟੈਲੈਂਟ, ਇਹਨਾਂ ਦੀਆਂ ਨਵੀਂ ਕੈਪੇਬਿਲਿਟੀਜ਼ ਦੇ ਨਾਲ ਅਸੀਂ ਜੋ ਕੰਮ ਸ਼ਾਇਦ ਪਹਿਲੇ ਨਹੀਂ ਸੀ ਇੰਨੇ ਬਖੂਬੀ ਕਰ ਸਕਦੇ, ਹੁਣ ਹੋਰ ਵੀ ਬਹੁਤ ਵਧੀਆ ਕਰਦੇ ਆ। ਸੋ ਖੁਸ਼ੀ ਹੁੰਦੀ ਹੈ ਦੇਖ ਕੇ ਉਹਨਾਂ ਨੂੰ ਗਰੋ ਕਰਦਿਆਂ, ਦੇਖ ਕੇ ਮੈਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿੰਨੀ ਬੱਚਿਆਂ ਨੂੰ ਦੇਖ ਕੇ ਖੁਸ਼ੀ ਹੁੰਦੀ ਹੈ। ਰਾਈਟ। ਸੋ ਤੁਸੀਂ ਖੁਦ ਨੂੰ ਕਿਵੇਂ ਅਪਗ੍ਰੇਡ ਕਰਦੇ ਹੋ ਐਂਡ ਖੁਦ ਕਿਵੇਂ ਲਰਨ ਕਰਦੇ ਹੋ? ਮਤਲਬ ਮੈਂ ਤੁਹਾਨੂੰ ਹੁਣ ਜਿਵੇਂ ਆਬਵੀਅਸਲੀ ਹੁਣ ਵੀ ਤੁਹਾਨੂੰ ਸੁਣ ਰਹੀ ਹਾਂ ਤੇ ਯੂ ਆਰ ਸੋ ਅਪਗ੍ਰੇਡਡ, ਯੂ ਨੋ ਐਵਰੀਥਿੰਗ ਕਿ ਹਨਾ ਕੀ ਦੁਨੀਆ ਚੱਲ ਰਿਹਾ, ਆਬਵੀਅਸਲੀ ਉਹ ਤੇ ਹੋਣਾ ਹੀ, ਬਟ ਹਾਊ ਡੂ ਯੂ ਲਰਨ? ਮੈਂ ਪੜ੍ਹਦੀ ਹਾਂ, ਮੈਨੂੰ ਪੜ੍ਹਨ ਦਾ ਸ਼ੌਕ ਹੈ। ਥੋੜਾ ਬਹੁਤ ਸੋਸ਼ਲ ਮੀਡੀਆ ਤੇ ਵੀ, ਬਹੁਤ ਜ਼ਿਆਦਾ ਤੇ ਨਹੀਂ, ਹਾਂ ਪੜ੍ਹਦੀ ਰਹਿੰਦੀ ਹਾਂ। ਕੁਝ ਐਡ ਔਨ ਕੋਰਸਿਸ ਕੋਸ਼ਿਸ਼ ਕਰਦੀ ਹਾਂ ਆਨਲਾਈਨ ਜਿਹੜੇ ਮੈਂ ਕਰ ਸਕਾਂ, ਜਿਹੜੇ ਮੈਨੂੰ ਲੱਗਦਾ ਹੈ ਬਹੁਤ ਜ਼ਿਆਦਾ ਨਹੀਂ ਪਰ ਸੇ ਕੋਈ ਨਾ ਕੋਈ ਲੀਡਰਸ਼ਿਪ ਦੇ ਉੱਪਰ ਕਦੀ ਕੋਈ ਕੋਰਸ ਅਟੈਂਡ ਕਰ ਲਿਆ।
ਪਰ ਸਭ ਤੋਂ ਜ਼ਿਆਦਾ ਜ਼ਿੰਦਗੀ ਸਿਖਾਉਂਦੀ ਹੈ। ਇਹ ਸਭ ਗੱਲਾਂ ਤੇ ਆਪਣੀ ਜਗ੍ਹਾ ਨੇ। ਜ਼ਿੰਦਗੀ ਆਪਣੇ ਆਪ ਵਿੱਚ ਇੱਕ ਬਹੁਤ ਵਧੀਆ ਟੀਚਰ ਹੈ। ਸੋ ਜਿਸ ਤਰ੍ਹਾਂ ਅਸੀਂ ਗੱਲ ਕਰਦੇ ਹਾਂ, ਤੁਸੀਂ ਵੀ ਮਹਿਸੂਸ ਕਰਦੇ ਹੋ ਕਿ ਹਰ ਇਨਸਾਨ ਜਿਹੜਾ ਤੁਹਾਨੂੰ ਮਿਲਦਾ ਹੈ ਨਾ, ਉਹ ਸਿਖਾਉਂਦਾ ਹੈ। ਪਰਮਾਤਮਾ ਰੋਸ਼ਨੀ ਦੇਵੇ, ਥੋੜੀ ਜਿਹੀ ਸਮਝ ਦੇ, ਤੇ ਜਿਹੜਾ ਸਾਹਮਣੇ ਆਇਆ ਇਨਸਾਨ ਹੈ ਤੁਹਾਡਾ ਗੁਰੂ ਬਣ ਜਾਂਦਾ। ਸੋ ਮੈਂ ਬਹੁਤ ਕੁਝ ਸਿੱਖਿਆ, ਡਾਇਰੈਕਟਰ ਸਾਹਿਬ ਸਰਦਾਰ ਜਗਦੀਸ਼ ਸਿੰਘ ਕੋਲੋਂ ਬਹੁਤ ਕੁਝ ਸਿੱਖਿਆ, ਆਪਣੇ ਮਾਤਾ ਪਿਤਾ ਕੋਲੋਂ ਬਹੁਤ ਕੁਝ ਸਿੱਖਿਆ। ਕਈ ਵਾਰ ਸਾਡੇ ਕਾਲਜ ਬਾਰੇ ਕਿਹਾ ਜਾਂਦਾ ਕਿ ਬੱਚਿਆਂ ਦਾ ਬਹੁਤ ਖਿਆਲ ਰੱਖਦੇ ਹੋ। ਮੈਨੂੰ ਲੱਗਦਾ ਇਹ ਗੱਲ ਮੇਰੀ ਆਪਣੇ ਪਿਤਾ ਜੀ ਤੋਂ ਆਈ ਹੈ। ਉਹ ਬੜੇ ਪੈਟਰਨਲ, ਸਾਡੇ ਲਈ ਬਹੁਤ ਕੇਅਰਿੰਗ ਸਨ। ਕਿ ਤੇ ਸਾਡੇ ਦੇ ਵਿੱਚ ਵੀ ਉਹ ਗੱਲ ਹੈ ਕਿ ਸਾਡੀ ਕੋਸ਼ਿਸ਼ ਹੁੰਦੀ ਕਾਲਜ ਵਿੱਚ ਵੀ ਇੱਕ ਵੀ ਬੱਚਾ ਲਾਸਟ ਤੱਕ ਹੈ ਤੇ ਅਸੀਂ ਧਿਆਨ ਰੱਖਦੇ ਹਾਂ ਵੀ ਜਦ ਤੱਕ ਇਹ ਚਲਾ ਨਾ ਜਾਏ ਅਸੀਂ ਇੱਥੇ ਰਹਿਣਾ। ਸਾਡੀ ਕੋਸ਼ਿਸ਼ ਹੁੰਦੀ ਕਿ ਲਾਸਟ ਤੇ ਜਾਂਦੇ ਹਾਂ ਅਸੀਂ 2-3 ਮੈਂਬਰ, ਆਪਣੀ ਇੱਕ ਰਿਸਪੌਂਸਿਬਿਲਿਟੀ ਬਣਾਈ ਹੋਈ ਹੈ ਕਿ ਜਦ ਤੱਕ ਸਾਰੇ ਬੱਚੇ ਕਾਲਜ ਕੈਂਪਸ 'ਚੋਂ ਨਹੀਂ ਚਲੇ ਜਾਂਦੇ ਅਸੀਂ ਉੱਥੇ, ਸਭ ਸਿਕਿਉਰਿਟੀ ਸਪੋਰਟ ਸਟਾਫ ਦੇ ਹੁੰਦਿਆਂ ਵੀ ਅਸੀਂ, ਉਹ ਪਰਸਨਲ ਰਿਸਪੌਂਸਿਬਿਲਿਟੀ ਹੈ। ਇਹ ਗੱਲ ਮੈਂ ਆਪਣੇ ਪਿਤਾ ਜੀ ਤੋਂ ਸਿੱਖੀ, ਬੱਚਿਆਂ ਦਾ ਖਿਆਲ ਰੱਖਣਾ, ਉਹਨਾਂ ਦੀਆਂ ਨੀਡਸ ਦਾ ਬਿਨਾਂ ਹਾਰਸ਼ ਹੋਇਆਂ ਵੀ ਉਹਨਾਂ ਨੂੰ ਇੱਕ ਟਰੈਕ ਦੇ ਉੱਪਰ ਰੱਖਣਾ, ਪਿਆਰ ਦੇ ਨਾਲ ਰੱਖਣਾ। ਇਹ ਮੈਂ ਆਪਣੇ ਮਾਤਾ ਪਿਤਾ ਕੋਲੋਂ ਗੱਲ ਸਿੱਖੀ ਹੈ। ਔਰ ਹਾਂ, ਮੇਰੇ ਕੋਲ ਮੈਂ ਫਿਰ ਬਾਰ-ਬਾਰ ਕਹਾਂਗੀ ਕਿ ਜਿਹੜੇ ਨਵੇਂ ਬੱਚੇ ਨੇ, ਚਾਹੇ ਉਹ ਬੱਚੇ ਹੀ ਨੇ, ਬਹੁਤ ਸਾਰੇ ਬੱਚੇ ਇੱਥੋਂ ਪੜ੍ਹ ਕੇ ਸਾਡੇ ਕੋਲ ਫੈਕਲਟੀ 'ਚ ਲੱਗੇ ਨੇ, ਇਹਨਾਂ ਦੀ ਜਿਹੜੀ ਜ਼ੀਲ ਹੈ, ਇਹ ਜਿਸ ਤਰ੍ਹਾਂ ਚਾਅ ਦੇ ਨਾਲ ਕੰਮ ਕਰਦੇ ਨੇ, ਇਹਨਾਂ ਕੋਲੋਂ ਦੇਖ ਕੇ ਵੀ, ਇਹਨਾਂ ਨੂੰ ਦੇਖ ਕੇ ਸਾਡੀ ਆਪਣੇ ਆਪ ਹਿੰਮਤ ਡਾਊਨ ਹੁੰਦੀ ਨਹੀਂ ਕਿ ਨਹੀਂ, ਸਾਡੇ ਕੋਲ ਤੇ ਬਿਲਕੁਲ ਫਰੈਸ਼ ਯੰਗ ਸਪਿਰਿਟ ਹੈ। ਬਹੁਤ ਅੱਛੇ ਨੇ ਬੱਚੇ, ਬਹੁਤ ਅੱਛੇ ਨੇ ਵਾਕਈ। ਮੈਂ ਵੀ ਕਹਿੰਦਾ ਕਿ ਤੁਸੀਂ ਆਪਣੇ ਜਿਹੇ ਇਨਸਾਨਾਂ ਨੂੰ ਹੀ ਅਟਰੈਕਟ ਕਰ ਲੈਂਦੇ ਹੋ ਤੇ ਉਹ ਕਿਤੇ ਨਾ ਕਿਤੇ ਜਿਹੜੇ ਕੁਆਲਿਟੀਜ਼ ਆ ਉਹ ਓਵਰਲੈਪ ਕਰ ਹੀ ਰਹੀਆਂ ਨੇ। ਜਿਵੇਂ ਤੁਸੀਂ ਕਿਹਾ ਕਿ ਮੇਰੇ ਪੈਰੈਂਟਸ ਨੇ ਐਕਸਪੈਰੀਮੈਂਟ ਕੀਤਾ ਮੇਰੇ ਤੇ ਕਿ ਜੇ ਬੱਚੇ ਨੂੰ ਗੁੱਸੇ ਨਾ ਹੋਈਏ ਤੇ ਉਹ ਕਿੱਦਾਂ ਦਾ ਬਣਦਾ ਵਾ। ਸੋ ਯੂ نو ਮਾਈ ਪੇਰੈਂਟਸ ਆਲਸੋ ਰੇਜ਼ਡ ਮੀ ਵਿਦ ਲੋਟਸ ਆਫ ਲਵ। ਮੇਰੇ ਪੈਰੈਂਟਸ ਨੇ ਵੀ ਇਹ ਪ੍ਰੂਫ ਕੀਤਾ ਕਿ ਜੇ ਪਿਆਰ ਨਾਲ ਹੀ ਬੱਚੇ ਨੂੰ ਰੇਜ਼ ਕੀਤਾ ਜਾਏ, ਹਾਲਾਂਕਿ ਉਹਨਾਂ ਨੇ ਮੈਨੂੰ ਵੱਡੀ ਤੋਂ ਵੱਡੀ ਗਲਤੀ ਤੇ ਵੀ ਕਦੀ ਨਹੀਂ ਝਿੜਕਿਆ। ਮੇਰੇ ਪੇਰੈਂਟਸ ਨੇ ਬੜਾ ਮਤਲਬ ਸਬਰ ਰੱਖਿਆ ਜ਼ਿੰਦਗੀ 'ਚ, ਤੇ ਦੇਖੋ ਕਿ ਉਹਨਾਂ ਦਾ ਐਕਸਪੈਰੀਮੈਂਟ ਸਫਲ ਹੋਇਆ ਕਿ ਤੁਸੀਂ ਉਹ, ਤੇ ਮੈਂ ਕਹਿੰਦੀ ਕਿ ਹੋਰ ਸਟਰੋਂਗ ਬੰਦਾ ਕਿ ਜਿਹੜਾ ਪਿਆਰ ਨਾਲ ਜਿੱਤ ਜਿਹੜੀ ਆ ਉਹ ਹਾਸਲ ਕਰਨ ਦੀ ਕੋਸ਼ਿਸ਼ ਕਰੇ। ਹਾਲਾਂਕਿ ਠੀਕ ਹੈ, ਅਸੀਂ ਇੱਕ ਹੀ ਚੀਜ਼ ਨੂੰ ਪ੍ਰੈਕਟਿਸ ਨਹੀਂ ਕਰ ਸਕਦੇ, ਅਸੀਂ ਇਹ ਨਹੀਂ ਕਹਿ ਸਕਦੇ ਹਮੇਸ਼ਾ ਓਨੈਸਟ ਜਾਂ ਹਮੇਸ਼ਾ ਟਰੂਥਫੁਲ ਜਾਂ ਹਮੇਸ਼ਾ ਅਸੀਂ ਵੀ ਕੈਨ ਓਨਲੀ practice good things, right? So ਸਾਡੇ ਕੋ ਵੀ ਕਈ ਵਾਰੀ ਅੱਗੇ ਪਿੱਛੇ ਹੁੰਦਾ, but still I liked it very much ਕਿ ਜੋ ਹਰ ਕੋਈ ਆਪਣੀ ਜ਼ਿੰਦਗੀ 'ਚ ਅਪਲਾਈ ਕਰ ਸਕਦਾ ਤੇ ਉਹਨੂੰ ਕਰਨਾ ਵੀ ਚਾਹੀਦਾ, ਪਰਸਨਲੀ ਵੀ ਪ੍ਰੋਫੈਸ਼ਨਲੀ ਵੀ, ਕਿ ਪਿਆਰ ਨਾਲ ਵੀ ਦੁਨੀਆ ਜਿਹੜੀ ਹੈ ਜਿੱਤੀ ਜਾ ਸਕਦੀ। ਅਕਸਰ ਹੀ ਮੈਂ ਆਪਣੀ ਇੰਟਰਵਿਊਜ਼ ਵਿੱਚ ਵੀ ਕਹਿੰਦੀ ਹਾਂ ਕਿ ਕਈ ਵਾਰ ਅਸੀਂ ਦੇਖਦੇ ਹਾਂ ਕਿ ਸਾਡਾ ਬੌਸ ਬਹੁਤ ਗੁੱਸੇ ਵਾਲਾ ਹੈ ਜਾਂ ਮੇਰਾ ਕੋਲੀਗ ਬੜਾ ਗੁੱਸੇ ਵਾਲਾ ਹੈ, ਉਹਨੇ ਮੈਨੂੰ ਰਿਸਪੈਕਟ ਨਹੀਂ ਦਿੱਤੀ, ਬਟ ਫਰਮ ਫਿਊ ਪੀਪਲ ਯੂ ਸ਼ੁਡ ਲਰਨ ਕਿ ਜੋ ਇਹ ਕਰ ਰਿਹਾ ਉਹ ਮੈਂ ਜ਼ਿੰਦਗੀ 'ਚ ਨਹੀਂ ਕਰਨਾ। ਸੋ ਕਈਆਂ ਤੋਂ ਅਸੀਂ ਇਹੀ ਸਿੱਖਣਾ ਹੁੰਦਾ ਕਿ ਆਹ ਨਹੀਂ ਕਰਨਾ ਅਸੀਂ ਜ਼ਿੰਦਗੀ ਦੇ ਵਿੱਚ, ਠੀਕ ਹੈ। ਸੋ ਕਈ ਇਨਸਾਨ ਸਾਡੇ ਸਾਹਮਣੇ ਇਸ ਕਰਕੇ ਹੁੰਦੇ ਨੇ ਕਿ ਅੱਛਾ ਇੰਨੇ ਗੁੱਸੇ 'ਚ ਬੋਲਿਆ ਜਾਂ ਇਹਨੇ ਝੂਠ ਬੋਲਤਾ ਜਾਂ ਇਹਨੇ ਗਲਤ ਕਰਤਾ। ਸੋ ਵੀ ਸ਼ੁਡ ਲਰਨ ਫਰਮ ਦੈਟ ਐਗਜ਼ਾਮਪਲ ਕਿ ਇਹ ਇਸ ਕਰਕੇ ਮੇਰਾ ਦੋਸਤ ਆ ਜਾਂ ਇਸ ਕਰਕੇ ਨੇ ਇਦਾਂ ਕੀਤਾ ਕਿ ਅਸੀਂ ਜ਼ਿੰਦਗੀ 'ਚ ਰੱਬ ਸਾਨੂੰ ਦੱਸ ਰਿਹਾ ਕਿ ਇਹ ਚੀਜ਼ਾਂ ਅਸੀਂ ਨਹੀਂ ਕਰਨੀਆਂ। ਬਿਲਕੁਲ ਸਹੀ ਹੈ, ਤੁਸੀਂ ਹੋਰ ਅੱਛਾ ਬਣਾਈ ਜਾਂਦੇ। ਸੋ ਰੀਡਿੰਗ ਐਂਡ ਰਾਈਟਿੰਗ, ਥੀਏਟਰ ਐਂਡ ਕਲਚਰ, ਤੁਸੀਂ ਬਹੁਤ ਇਹਨੂੰ ਫੋਕਸ ਕੀਤਾ ਹੋਇਆ। ਕੁਝ ਥੋੜੇ ਬਹੁਤੇ ਆਪਣੇ ਵਿਊਜ਼ ਇਹਦੇ ਤੇ ਸ਼ੇਅਰ ਕਰੋ। ਫਸਟ ਅਸੀਂ ਰੀਡਿੰਗ ਐਂਡ ਰਾਈਟਿੰਗ ਨੂੰ ਲੈਂਦੇ ਹਾਂ। ਇਹਦੇ ਲਈ ਅਸੀਂ ਫੀਲ ਕਰਦੇ ਹਾਂ ਕਿ ਐਜ਼ ਅ ਕਮਿਊਨਿਟੀ ਵੀ ਆਰ ਲੈਗਿੰਗ ਬਿਹਾਈਂਡ। ਅਸੀਂ ਲੋਕ ਪੜ੍ਹਦੇ ਨਹੀਂ, ਜਨਰਲ ਰੀਡਿੰਗ ਨਹੀਂ ਕਰਦੇ। ਅੰਮ੍ਰਿਤਸਰ ਸ਼ਹਿਰ ਵਿੱਚ ਵੇਖ ਲਓ, ਜਿੰਨੇ ਕੁ ਬੁੱਕ ਸਟੋਰ ਅੱਜ ਤੋਂ 30-40 ਸਾਲ ਪਹਿਲੇ ਸਨ, ਉਨੇ ਕੀ ਨੇ। ਜੇ ਵਿਚਕਾਰ ਕਿਸੇ ਨੇ ਕੋਈ ਕੋਸ਼ਿਸ਼ ਕੀਤੀ ਪਰ ਉਹ ਸਕਸੈਸਫੁਲ ਨਹੀਂ ਹੋ ਪਾਇਆ। ਇਹ ਤੋਂ ਪਤਾ ਲੱਗਦਾ ਵੀ ਸਾਡੀਆਂ ਰੀਡਿੰਗ ਹੈਬਿਟਸ ਨਹੀਂ ਹੈ। ਅਸੀਂ ਇਹ ਰੀਡਿੰਗ ਬਹੁਤ, ਕੋਈ ਮੈਂ ਓਵਰ ਐਮਫਸਾਈਜ਼ ਨਹੀਂ ਕਰ ਸਕਦੀ ਕਿ ਤੁਸੀਂ ਵੀ ਜਾਣਦੇ ਹੋ, ਸਾਰੇ ਜਾਣਦੇ ਦੀ ਇੰਪੋਰਟੈਂਸ ਬਹੁਤ ਹੈ। ਉਹਦੇ ਲਈ ਅਸੀਂ ਐਫਰਟ ਜ਼ਰੂਰ ਕਰਦੇ ਹਾਂ। ਅਸੀਂ ਆਪਣੇ ਕਾਲਜ ਵਿੱਚ ਬੁੱਕ ਕਲੱਬ ਬਣਾਇਆ ਹੋਇਆ ਹੈ, ਬੁੱਕ ਡਿਸਕਸ਼ਨ ਦਾ ਪਲੇਟਫਾਰਮ ਹੈ, ਜਿਹਦੇ 'ਚ ਅਸੀਂ ਬੱਚਿਆਂ ਨੂੰ ਜਿਸ ਤਰ੍ਹਾਂ ਵਿੰਗਸ ਆਫ ਫਾਇਰ ਹੋ ਗਈ, ਗੀਤਾ ਫॉर ਚਿਲਡਰਨ ਹੋ ਗਿਆ, ਕੋਈ ਇੰਸਪੀਰੇਸ਼ਨਲ ਕਿਤਾਬ, ਉਸ ਕਿਤਾਬ ਦੇ ਬਾਰੇ, ਕਿਤਾਬ ਦੀ ਕਹਾਣੀ ਦੱਸਣ ਵਾਂਗ ਸਟੋਰੀ ਟੈਲਿੰਗ ਮੈਥਡ ਨਾਲ, ਪ੍ਰੈਜੈਂਟੇਸ਼ਨ ਦੇ ਨਾਲ ਬੱਚਿਆਂ ਨੂੰ ਦੱਸਦੇ ਆ ਕਿ ਉਹ ਮੋਟੀਵੇਟ ਹੋਣ, ਇਨਸਪਾਇਰ ਹੋਣ। ਉਹਦਾ ਕੋਈ ਇੰਟਰਸਟਿੰਗ ਐਕਸਰਟ ਜਿਹੜਾ ਬੱਚਿਆਂ ਲਈ, ਸਾਰਿਆਂ ਲਈ ਰੈਲੇਵੈਂਟ ਹੋ ਸਕਦਾ, ਇਹੋ ਜਿਹਾ ਪੜ੍ਹਿਆ ਜਾਂਦਾ ਹੈ। ਔਰ ਅਸੀਂ ਦੇਖਿਆ, ਐਕਸਪੈਰੀਮੈਂਟ ਕਰਕੇ ਦੇਖਿਆ ਕਿ ਜਿਹੜੀਆਂ ਕਿਤਾਬਾਂ ਡਿਸਕਸ ਕੀਤੀਆਂ ਗਈਆਂ, ਲਾਇਬ੍ਰੇਰੀ 'ਚ ਉਹਨੂੰ ਫੋਲੋ ਅਪ ਕੀਤਾ ਕਿ ਉਹਨਾਂ ਦੀ ਸਰਕੂਲੇਸ਼ਨ ਬਹੁਤ ਵੱਧ ਗਈ, ਬੱਚਿਆਂ ਨੇ ਉਹ ਪੜ੍ਹੀਆਂ। ਤੇ ਅਸੀਂ ਸਟਾਫ ਦੇ ਵਿੱਚ ਵੀ ਇਸ ਤਰ੍ਹਾਂ ਕਰਦੇ ਹਾਂ ਕਿ ਬੈਠ ਕੇ 15 ਦਿਨ ਬਾਅਦ ਬੈਠ ਕੇ ਗੋਸ਼ਟੀ ਵਾਂਗ ਬੈਠ ਕੇ ਸਭ ਨੇ ਕੋਈ ਨਾ ਕੋਈ ਕਿਤਾਬ, ਕੋਈ 30-35 ਕਿਤਾਬਾਂ ਸਿਲੈਕਟਡ ਲਾਇਬ੍ਰੇਰੀ 'ਚ ਰੱਖੀਆਂ ਨੇ।
ਉਹਨਾਂ 'ਚੋਂ ਕੋਈ ਆਪਣੇ ਮਨਪਸੰਦ ਦੀ ਲੈ ਲਓ, ਉਹ ਪੜ੍ਹ ਕੇ ਉਹਦੀ ਸਮਰੀ ਆਪਣੇ ਸਾਥੀਆਂ ਨਾਲ ਬੈਠ ਕੇ ਡਿਸਕਸ ਕਰੋ। ਇੱਕ ਤੇ ਇੱਕ ਕਮਿਊਨਿਟੀ ਫੀਲਿੰਗ, ਐਕਸਚੇਂਜ ਆਫ ਆਈਡੀਆਜ਼ ਹੁੰਦਾ, ਇੱਕ ਉਹ ਆਦਤ ਜਿਹੜੀ ਹੈ ਬਣਦੀ ਹੈ। ਤੇ ਜੇ ਪੜ੍ਹਨਗੇ ਬੱਚੇ ਤੇ ਜਿਹੜੀ ਗੱਲ ਤੁਸੀਂ ਕਮਿਊਨੀਕੇਸ਼ਨ ਸਕਿੱਲਸ ਦੀ ਕਰ ਰਹੇ ਹੋ, ਉਹ ਆਪਣੇ ਆਪ ਬੱਚੇ ਦੀ ਵੋਕੈਬਲਰੀ ਵੱਧਦੀ ਹੈ। ਔਰ ਲੜਕੀਆਂ ਦਾ ਖਾਸ ਕਰਕੇ ਲਾਈਫ 'ਚ ਬਾਹਰ ਦਾ ਐਕਸਪੋਜ਼ਰ ਬਹੁਤ ਘੱਟ ਹੁੰਦਾ। ਜੇ ਹੁਣ ਹੋ ਰਿਹਾ ਤੇ ਸਿਰਫ ਸੋਸ਼ਲ ਮੀਡੀਆ ਦੇ ਰਾਹੀਂ ਹੋ ਰਿਹਾ, ਤੇ ਉਹ ਜਿਹੇ ਰੀਡਿੰਗ ਦੀ ਇੱਕ ਆਪਣੀ ਵੈਲਿਊ ਹੈ ਕਿ ਬੱਚਾ ਬਹੁਤ ਕੁਝ ਸਿੱਖਦਾ ਹੈ, ਉਹਦੀ ਥਾਟ ਦੇ ਵਿੱਚ ਡੈਪਥ ਮੈਚੁਰਿਟੀ ਆਉਂਦੀ ਹੈ ਜੇ ਉਹ ਰੀਡਿੰਗ ਕਰੇ ਤੇ। ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਜਿੰਨੇ ਵੱਧ ਤੋਂ ਵੱਧ ਬੱਚਿਆਂ ਨੂੰ ਇਹ ਜਾਗ ਲਗਾ ਸਕੇ। ਥੀਏਟਰ ਐਂਡ ਕਲਚਰ, ਜਿਸ ਤਰ੍ਹਾਂ ਮੈਂ ਦੱਸਿਆ ਕਿ ਬਹੁਤ ਸ਼ੌਕ ਸੀ ਕਿ ਪ੍ਰੋਗਰਾਮ ਕਰਵਾਏ ਜਾਈਏ, ਕਰਵਾਉਂਦੇ ਸਾਂ ਸ਼ੁਰੂ ਤੋਂ। ਔਰ ਹਾਂ, ਇਹ ਜ਼ਰੂਰ ਅਸੀਂ ਰੱਖਦੇ ਸੀ ਕੋਈ ਨਾ ਕੋਈ ਥੀਮ ਬੇਸਡ ਕਰਾਉਂਦੇ ਸੀ। ਇਹ ਨਹੀਂ ਕਿ ਜੋ ਨਾਰਮਲੀ ਪਪੂਲਰ ਮਿਊਜ਼ਿਕ ਚੱਲ ਰਿਹਾ ਹੈ ਉਹਦੇ ਤੇ ਹੀ। ਹਾਂ, ਡਾਂਸ ਵੀ ਹੁੰਦਾ ਹੈ, ਮਿਊਜ਼ਿਕ ਵੀ ਹੈ, ਬੱਚਿਆਂ ਦੀ ਪਸੰਦ ਦੀ ਵੀ ਰੱਖੀ ਜਾਂਦੀ ਹੈ। ਪਰ ਜਿਸ ਤਰ੍ਹਾਂ ਕਿ ਜੇ ਤੁਸੀਂ ਥੋੜਾ ਹਿਸਟਰੀ 'ਚ ਪੜ੍ਹੋ ਤੇ ਨਾਟਯ ਸ਼ਾਸਤਰ ਦਾ ਓਰੀਜਨ ਹੀ ਇਸ ਗੱਲ ਤੋਂ ਹੋਇਆ ਕਿ ਜੋ ਮੈਸੇਜ ਵੇਦਾਂ ਦੇ ਵਿੱਚ ਸੀ ਉਹ ਕਿਸ ਤਰ੍ਹਾਂ ਇਫੈਕਟਿਵ ਵੇ ਦੇ ਵਿੱਚ ਪ੍ਰੈਜ਼ੈਂਟ ਕੀਤਾ ਜਾਏ। ਸੋ ਅਸੀਂ ਵੀ ਵੀਵ ਕਰ ਲੈਂਦੇ ਹਾਂ। ਸਾਡੇ ਕੋਲ ਬਹੁਤ ਅੱਛੇ ਟੈਲੈਂਟਡ ਟੀਚਰਸ ਨੇ ਜਿਹੜੇ ਹੁਣ ਮਾਸਟਰਸ ਹੋ ਗਏ ਨੇ ਇਸ ਆਰਟ ਦੇ ਵੀ। ਤੇ ਅਸੀਂ ਕੋਈ ਨਾ ਕੋਈ ਲੈ ਕੇ ਉਹੀ ਗੱਲ ਕਿ ਜਿਹੜਾ ਸਾਨੂੰ ਲੱਗੇ ਕਿ ਇਸ ਵੇਲੇ ਇਹ ਚੀਜ਼ ਹੈ ਜਿਹੜੀ ਬੜੀ ਆਊਟ ਕੰਸਰਨ ਹੈ ਕਿ ਬੱਚਿਆਂ ਨੂੰ ਕੋਈ ਮੋਰਲ ਐਜੂਕੇਸ਼ਨ ਹੈ, ਇਨਵਾਇਰਨਮੈਂਟ ਦੀ ਗੱਲ ਹੈ, ਜਾਂ ਬੱਚੇ ਲੱਗਦਾ ਕਿ ਇਹ ਜਨਰੇਸ਼ਨ ਕਿਸੇ ਡਿਲੇਮਾ 'ਚ ਹੈ, ਇਹ ਕਦੀ ਇਸ ਤਰ੍ਹਾਂ ਹੋ ਜਾਂਦੇ ਨੇ, ਕਦੀ ਇਸ ਤਰ੍ਹਾਂ ਹੋ ਜਾਂਦੇ ਨੇ। ਸੋ ਜਿਹੜੀਆਂ ਵੀ ਚੀਜ਼ਾਂ ਸਾਨੂੰ ਲੱਗਣ, ਅਸੀਂ ਬੈਠ ਜਾਂਦੇ ਹਾਂ। ਉਹਨੂੰ ਸਾਡੇ ਕੋਲ ਇਸ ਤਰ੍ਹਾਂ ਦੇ ਕਲਾਕਾਰ ਨੇ ਔਰ ਪਰਮਾਤਮਾ ਦੀ ਬੜੀ ਕਿਰਪਾ ਹੈ ਉਹਨਾਂ ਤੇ ਕਿ ਲਿਟਰੇਚਰ ਔਰ ਆਰਟ ਦੀਆਂ ਸਾਰੀਆਂ ਫਾਰਮਸ ਦੇ ਵਿੱਚ ਦੇ ਆਰ ਵੈਲ ਐਂਡੋਰਡ। ਸੋ ਉਹ ਬਣਾ ਕੇ ਅਸੀਂ ਇੱਕ ਆਫ ਬੀਟ ਢੰਗ ਦੇ ਨਾਲ ਉਹ ਨਾਟਕ ਦੀ ਫਾਰਮ ਦੇ ਵਿੱਚ ਕੋਰੀਓਗ੍ਰਾਫੀ ਸਾਡੇ ਪੰਜਾਬ ਦੇ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਤੇ ਲਿਆ ਸੀ, ਕੋਈ ਬਾਬਾ ਬੁੱਲੇ ਸ਼ਾਹ ਦੀ ਕੋਈ ਗੱਲ ਕਰ ਲਈ, ਬਾਬਾ ਨਾਨਕ ਦੀ ਬਾਣੀ ਦੇ ਵਿੱਚੋਂ ਕੋਈ ਗੱਲ ਕਹਿ ਕੇ ਉਹ ਸਿੱਖਿਆ ਇੱਕ ਐਕਟ ਦੀ ਫਾਰਮ ਦੇ ਵਿੱਚ ਦੇ ਦਿੱਤੀ। ਸੋ ਇਹ ਅਸੀਂ ਕਰਦੇ ਰਹਿੰਦੇ ਹਾਂ ਔਰ ਬੜਾ ਮੈਚੁਰ ਥੀਏਟਰ ਡਿਵੈਲਪ ਹੋ ਰਿਹਾ। ਪਿਛਲੇ ਸਾਲ ਦੇ ਵਿੱਚ ਕੋਵਿਡ ਦੇ ਵਿੱਚ ਸਾਡੇ ਉਸ ਗਰੁੱਪ ਨੇ, ਨਿਰਾਲਮ ਗਰੁੱਪ ਨੇ, ਇੱਕ ਸ਼ਾਰਟ ਫਿਲਮ ਵੀ ਬਣਾਈ। ਉਹ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਵਿੱਚ ਆਫੀਸ਼ੀਅਲੀ ਸਿਲੈਕਟ ਹੋ ਗਈ। ਸੋ ਉਹ ਸਾਡੇ ਲਈ ਬੜਾ ਇੱਕ ਹੌਸਲਾ ਅਫਜ਼ਾਈ ਵਾਲੀ ਗੱਲ ਸੀ ਕਿ ਸਾਡਾ ਉਹ ਪਹਿਲੀ ਕੋਸ਼ਿਸ਼ ਸੀ, ਲੇਕਿਨ ਉਹ ਇੰਟਰਨੈਸ਼ਨਲੀ ਜਿੱਥੇ ਉਸ ਲਿਸਟ ਦੇ ਵਿੱਚ ਸਪੇਨ ਦਾ, ਜਰਮਨੀ ਦਾ, ਸਵਿਟਜ਼ਰਲੈਂਡ ਦਾ ਨਾਮ ਸੀ, ਉੱਥੇ ਫੋਰੈਸ ਦਾ ਵੀ ਨਾਮ ਸੀ। ਮੈਨੂੰ ਤੁਸੀਂ ਇੰਨੇ ਸਟਰੋਂਗ ਲੱਗਦੇ ਹੋ ਕਿ ਪਹਿਲੀ ਵਾਰੀ ਮੈਨੂੰ ਇਦਾਂ ਫੀਲ ਹੋਇਆ ਕਿ ਇੱਕ ਵੂਮਨ ਨੂੰ ਵੂਮਨ ਵਾਲੇ ਸਵਾਲ ਕਰਨ ਦੀ ਲੋੜ ਨਹੀਂ ਹੈ। ਤੁਸੀਂ ਕਹਿਣਾ ਕਿ ਜੈਂਡਰ ਬਾਇਸ ਮੈਂ ਹੈ ਨਹੀਂ, ਤੇ ਉਹ ਤੁਹਾਡੀ ਪਰਸਨੈਲਿਟੀ 'ਚੋਂ ਰਿਫਲੈਕਟ ਕਰਦਾ। ਬਹੁਤ ਸਾਰੇ ਲੋਕ ਜਦੋਂ ਜੌਬ ਜੁਆਇਨ ਕਰਦੇ ਆ ਜਾਂ ਕਿਸੇ ਇੰਸਟੀਟਿਊਟ ਨੂੰ ਜੁਆਇਨ ਕਰਦੇ ਆ ਤੇ ਦੇ ਕੀਪ ਔਨ ਸਵਿਚਿੰਗ। ਉਹਨਾਂ ਨੂੰ ਲੱਗਦਾ ਕਿ ਜ਼ਿੰਦਗੀ 'ਚ 2 ਸਾਲ ਬਾਅਦ ਮੇਰੇ ਲਈ ਕੁਝ ਹੋਰ ਆ, ਜਾਂ ਮੈਂ 4 ਸਾਲ ਬਾਅਦ ਇਹ ਕਰਨਾ ਚਾਹੁੰਦਾ ਵਾਂ। ਐਕਚੁਅਲ 'ਚ ਮੇਰਾ ਡ੍ਰੀਮ ਇਹ ਸੀ, ਰਾਈਟ? ਤੇ ਕਈ ਵਾਰ ਮੈਂ ਕਹਿੰਦੀ ਹੁੰਦੀ ਕਿ ਵਿਜ਼ਨ ਤੇ ਪਹੁੰਚਣ ਲਈ ਜਾਂ ਮੁਕਾਮ ਹਾਸਿਲ ਕਰਨ ਲਈ, ਸਪੋਜ਼ ਮੈਂ MBA 'ਚ ਫਸਟ ਆਉਣਾ ਚਾਹੁੰਦੀ ਹਾਂ ਤੇ ਮੈਨੂੰ ਫਾਈਨੈਂਸ ਨਹੀਂ ਪਸੰਦ, ਤੇ ਉਹ ਵੀ ਫਿਰ ਨਾਲ ਪੜ੍ਹਨਾ ਪੈਂਦਾ ਜਿਹਦੀ ਫਸਟ ਆਉਣਾ ਤੇ, ਰਾਈਟ? ਮੇਰੇ ਵੀ ਫੇਵਰਟ ਸਬਜੈਕਟ ਤੁਹਾਡਾ ਮਾਰਕੀਟਿੰਗ ਹੋਵੇ, HR ਹੋਵੇ, ਬਟ ਜਿਹੜਾ ਨਹੀਂ ਵੀ ਫੇਵਰਟ ਉਹ ਵੀ ਤੁਹਾਨੂੰ ਕਰਨਾ ਪੈਂਦਾ। ਕੁਆਂਟੀਟੀ ਤੇ ਮੈਟਰ ਕਰਦੀ ਹੀ ਨਹੀਂ ਹੈ, ਕੁਆਲਿਟੀ ਬਹੁਤ ਮੈਟਰ ਕਰਦੀ ਹੈ। ਐਂਡ ਯੂ ਹੈਵ ਅਚੀਵਡ ਸਮਥਿੰਗ ਇਨ ਲਾਈਫ ਕਿ ਵਾਕਈ ਕਿ ਜਿਹੜੀ ਦੁਨੀਆ ਬੋਲਦੀ ਹੈ ਕਿ ਹਾਂ ਵੀ ਦਿਸ ਇਜ਼ ਸਮਥਿੰਗ ਗੁੱਡ ਹੈਪਨਡ ਇਨ ਅੰਮ੍ਰਿਤਸਰ। ਜਿਹੜੇ ਲੋਕ ਟਿਕਦੇ ਨਹੀਂ ਆ ਇੱਕ ਜੌਬ ਤੇ, ਰਾਈਟ? ਦੇ ਵਾਂਟ ਟੂ ਸਵਿਚ, ਰਾਈਟ? ਸੋ ਉਹਨਾਂ ਲਈ ਤੁਸੀਂ ਖੁਦ ਦੀ ਜੌਬ 'ਚ 30 ਇਅਰਸ ਇੱਕੋ ਇੰਸਟੀਟਿਊਟ ਨਾਲ ਕੰਮ ਕਰਕੇ ਤੁਸੀਂ ਕੀ ਮਹਿਸੂਸ ਕੀਤਾ? ਤੁਹਾਨੂੰ ਲੱਗਾ ਕਿ ਮੈਂ ਕਿਤੇ ਪਿੱਛੇ ਰਹਿ ਗਈ ਹਾਂ, ਜਾਂ ਤੁਹਾਨੂੰ ਇਹ ਲੱਗਾ ਕਿ ਮੈਂ ਸਹੀ ਡਿਸੀਜਨ ਲਿਆ ਹੈ ਕਿ ਯੈਸ ਆਈ ਐਮ ਸਟਿਲ ਐਟ ਦੀ ਟੌਪ ਡੈਜ਼ਿਗਨੇਸ਼ਨ ਵਿਚ ਕੁਡ ਬੀ? ਐਂਡ ਤੁਹਾਨੂੰ ਕਿੰਨੀ ਸੈਟਿਸਫੈਕਸ਼ਨ ਹੈ? ਮੈਂ ਇਸ ਚੀਜ਼ ਦੀ ਗੱਲ ਕਰਦੀ। ਮੈਂ ਜ਼ਿੰਦਗੀ ਵਿੱਚ ਨਾ ਕਦੀ ਕਿਸੇ ਮੁਕਾਬਲੇ 'ਚ, ਕਿਸੇ ਰੇਸ 'ਚ ਪਈ ਨਹੀਂ। ਮੇਰੇ ਇਹ ਕੋਈ ਕੌਨਸ਼ੀਅਸ ਐਫਰਟ ਨਹੀਂ ਹੈ, ਕੁਦਰਤ ਵੱਲੋਂ ਸ਼ਾਇਦ ਸੁਭਾਅ ਹੀ ਇਸ ਤਰ੍ਹਾਂ ਦਾ ਹੈ, ਕਦੀ ਨਹੀਂ। ਮੈਂ ਤੁਹਾਨੂੰ ਦੱਸਿਆ ਕਿ ਜਦੋਂ ਮੈਂ ਲੈਕਚਰਰ ਸੀ, ਜਲੰਧਰ ਦੇ ਵਿੱਚ ਸੀ ਔਰ ਸਿਰਫ ਪੜ੍ਹਾਉਂਦੀ ਸੀ। ਉੱਥੇ ਮੈਂ ਜੂਨੀਅਰ ਮੋਸਟ ਸੀ। ਹਾਂਜੀ, ਉੱਥੇ ਮੈਂ ਜੂਨੀਅਰ ਮੋਸਟ ਸੀ। ਜੂਨੀਅਰ ਮੋਸਟ ਸੀ ਮਤਲਬ ਜਿਹਦੇ ਵਿੱਚ ਸਿਵਾਏ ਕਲਾਸਾਂ 4 ਲੈਣ ਦੇ ਹੋਰ ਕੋਈ ਰਿਸਪੌਂਸਿਬਿਲਿਟੀ ਨਹੀਂ ਸੀ ਹੁੰਦੀ। ਤੇ ਉਹ ਪੜ੍ਹਾਉਣ 'ਚ ਮੈਨੂੰ ਬਹੁਤ ਮਜ਼ਾ ਆਉਂਦਾ ਸੀ। ਆਈ ਵਾਜ਼ ਵੈਰੀ ਹੈਪੀ, ਸੈਟਿਸਫਾਈਡ। ਫਿਰ ਅੰਮ੍ਰਿਤਸਰ ਦੀ ਰਹਿਣ ਵਾਲੀਆਂ, ਅਪ ਡਾਊਨ ਕਰਨਾ ਪੈਂਦਾ ਸੀ। ਫਿਰ ਮੇਰੀ ਮੈਰਿਜ ਫਿਕਸ ਹੋ ਗਈ ਤੇ ਮੈਨੂੰ ਲੱਗਾ ਕਿ ਮੈਰਿਜ ਤੋਂ ਬਾਅਦ ਅਪ ਡਾਊਨ ਕਰਨਾ ਮੇਰੇ ਕੋਲੋਂ ਪੋਸੀਬਲ ਨਹੀਂ ਹੋਏਗਾ। ਤੇ ਫਿਰ ਮੈਂ ਕਹਾਂਗੀ ਡੈਸਟੀਨੀ ਤੇ ਪਰਮਾਤਮਾ ਕਿ ਇਹ ਕਾਲਜ ਉਸ ਸਾਲ 1993 ਦੇ ਵਿੱਚ ਹੀ ਸ਼ੁਰੂ ਹੋਇਆ ਤੇ ਮੈਂ ਇੱਥੇ ਆ ਗਈ। ਮੇਰੀ ਇੱਥੇ ਸਿਲੈਕਸ਼ਨ ਹੋ ਗਈ, ਮੈਂ ਇੱਥੇ ਆ ਗਈ। ਤੇ ਇਹ ਇੱਕ ਕਲਾਸ ਉਸ ਵੱਡੇ ਕਾਲਜ ਤੋਂ ਇੱਥੇ ਇੱਕ ਕਲਾਸ ਦੇ 20 ਸਟੂਡੈਂਟ
ਔਰ ਆਈ ਵਾਸ ਦ ਓਨਲੀ ਲੈਕਚਰਰ ਔਨ ਦ ਇਨਰੋਲਮੈਂਟ ਆਫ ਕਾਲਜ। ਬਾਕੀ ਲੈਂਗੁਏਜਸ ਵਾਸਤੇ ਅਸੀਂ ਥੋੜੀ ਬਹੁਤ ਆਊਟਸੋਰਸਿੰਗ ਕਰ ਲੈਂਦੇ ਸੀ ਆਪਣੇ ਇੰਸਟੀਟਿਊਸ਼ਨ ਦੇ ਵਿੱਚੋਂ ਹੀ। ਸੋ ਉਹ 6 ਦੇ ਵਿੱਚੋਂ 7 ਦੇ ਵਿੱਚੋਂ 3-4 ਪੀਰੀਅਡ ਉਹੀ ਕਲਾਸ ਤੇ ਮੈਂ। ਜਦੋਂ ਉਹਨਾਂ ਬੱਚਿਆਂ ਨੂੰ 3 ਸਾਲਾਂ ਦੇ ਵਿੱਚ ਗਰੋ ਕਰਦਿਆਂ ਦੇਖਿਆ, ਐਜੂਕੇਸ਼ਨ ਦੇ ਵਿੱਚ ਐਜੂਕੇਸ਼ਨ ਦਾ ਬੰਦੇ ਨੂੰ ਟਰਾਂਸਫਾਰਮ ਕਰ ਦਿੰਦੀ ਹੈ। ਉਹਨਾਂ ਦਾ ਬੋਲ ਚਾਲ, ਉਹਨਾਂ ਦਾ ਬੈਠਣ ਉੱਠਣ ਦਾ ਢੰਗ, ਉਹਨਾਂ ਦੀ ਸੋਚ, ਉਹਨਾਂ ਦੀ ਸਮਝ, ਤੇ ਉਹ ਜਿਵੇਂ ਇੱਕ ਬਲੌਸਮਿੰਗ ਕਰਦੇ ਤੁਸੀਂ ਫਲਾਰ ਨੂੰ ਦੇਖਦੇ ਹੋ ਨਾ, ਉਸ ਚੀਜ਼ ਨੇ ਜੋੜੀ ਰੱਖਿਆ। ਨੇੜਿਓਂ ਦੇਖ ਲੈਣਾ ਨੇੜੇ ਥੋੜੇ ਦੇਖਿਆ, ਬੱਚੇ ਹਾਂਜੀ, से ਜ਼ਿਆਦਾ ਨੇੜਿਓਂ ਦੇਖਿਆ। ਫਿਰ ਅਗਲੇ ਸਾਲ ਆਪਣੇ ਆਪ ਇਨਕਰੇਜਮੈਂਟ ਮਿਲ ਗਈ ਕਿ ਜੀ 20 ਸੀ ਤੇ ਸੀਟ ਅਸੀਂ ਐਡਮਿਸ਼ਨ ਕਲੋਜ਼ ਤੇ ਸਾਨੂੰ ਸਿਫਾਰਿਸ਼ਾਂ ਆਉਂਦੀਆਂ ਸੀ। ਤੇ ਉਹ ਮੈਨੂੰ ਟਾਈਮ ਹੀ ਨਹੀਂ ਮਿਲਿਆ ਕੁਝ ਸੋਚਣ ਦਾ। ਮੈਂ ਕੁਝ ਹੈ ਵੀ ਕੁਝ ਮਸਤ ਜਿਹੀ ਇਨਸਾਨ ਆ। ਹਾਂ ਬਿਲਕੁਲ, ਐਗਜ਼ੈਕਟਲੀ, ਗੋ ਵਿਦ ਦ ਫਲੋ। ਕੋਈ ਨਾ ਕੋਈ ਚੀਜ਼ ਜਿਹੜੀ ਉਹ ਮੇਰੇ ਪੈਸ਼ਨ ਨੂੰ ਨਾਲ ਕਲਿੱਕ ਕਰੀ ਗਈ ਕਿ ਹੁਣ ਇਹ ਕਰਦੇ ਆ, ਹੁਣ ਇਹ ਕਰਦੇ ਆ, ਹੁਣ ਇਹ ਕਰਦੇ ਆ। ਕਦੀ ਉਹਦੀ ਆਊਟਕਮ ਵੱਲ ਹੀ ਨਾ ਦੇਖਿਆ, ਸਾਨੂੰ ਕਰਦਿਆਂ ਹੀ ਸਾਰਿਆਂ ਨੂੰ ਇੰਨਾ ਮਜ਼ਾ ਆਉਣ ਲੱਗ ਗਿਆ। ਤੇ ਸਵਿਚ ਓਵਰ ਦਾ ਮੈਂ ਕਦੀ ਨਹੀਂ ਸੋਚਿਆ, ਨਾ ਹੀ ਮੈਂ ਕਦੀ ਕੰਪੀਟ ਕੀਤਾ ਕਿ ਜਿਹੜੇ ਮੇਰੇ ਨਾਲ ਜਿਹੜੇ ਪੜ੍ਹ ਕੇ ਗਏ ਨੇ ਉਹ ਕੀ ਕਰ ਰਹੇ ਨੇ ਤੇ ਮੈਂ ਕੀ ਕਰ ਰਹੀ ਹਾਂ। ਸੰਤੋਖ ਕੁਦਰਤ ਵੱਲੋਂ ਮੈਨੂੰ ਲੱਗਦਾ ਬੜੀ ਵੱਡੀ ਨਿਆਮਤ ਹੁੰਦੀ ਹੈ ਜਿਹੜੀ ਉਹਨੇ ਮੈਨੂੰ ਬਖਸ਼ੀ। ਐਂਡ ਵੈਨ ਆਈ ਲੁੱਕ ਬੈਕ ਐਟ ਮਾਈ ਜਰਨੀ, ਆਈ ਐਮ ਐਕਸਟ੍ਰੀਮਲੀ ਹੈਪੀ, ਐਕਸਟ੍ਰੀਮਲੀ ਸੈਟਿਸਫਾਈਡ ਕਿ ਬਹੁਤ ਵਧੀਆ ਰਿਹਾ। ਬਹੁਤ ਵਧੀਆ। ਮੈਂ ਨਾ US ਵਿਜ਼ਿਟ ਕੀਤਾ ਪਿਛਲੇ ਕੁਝ ਸਾਲਾਂ 'ਚ, ਤੇ ਮੈਂ ਦੇਖਿਆ ਇੰਨੇ ਓਲਡ ਲੋਕ ਵੀ ਵਾਲਮਾਰਟ 'ਚ ਕੰਮ ਕਰ ਰਹੇ ਨੇ, ਹਨਾ। ਤੇ ਫਿਰ ਮੈਂ ਥੋੜਾ ਜਿਹਾ ਜਦੋਂ ਇਨਕੁਆਇਰ ਕੀਤਾ ਤੇ ਫਿਰ ਮੈਨੂੰ ਪਤਾ ਲੱਗਾ ਕਿ ਇਹਨਾਂ 'ਚ ਕਈ ਜਾਣੇ ਜਿਨ੍ਹਾਂ ਨੂੰ 30 ਇਅਰਸ ਹੋ ਗਏ ਆ, 20 ਇਅਰਸ ਹੋ ਗਈ ਕੋਈ ਜਗ੍ਹਾ ਤੇ ਜਿਹੜਾ ਉਹ ਕੰਮ ਕਰ ਰਹੇ। ਤੇ ਮੈਂ ਉਦੋਂ ਇਦਾਂ ਸੋਚਦੀ ਹੁੰਦੀ ਸੀ, ਮੈਂ ਕਿਹਾ ਇੰਡੀਆ 'ਚ ਨਹੀਂ ਇਦਾਂ ਹੁੰਦਾ, ਸਰਕਾਰੀ ਜੌਬ ਤੋਂ ਇਲਾਵਾ ਹਰ ਇੱਕ ਨੂੰ ਲੱਗਦਾ ਕਿ ਹੁਣ ਇੱਥੇ ਰੁਕ ਜਾਓ। ਮਤਲਬ ਨਾਟ ਓਨਲੀ ਇਹ, ਮੈਂ ਤੁਹਾਡੇ ਇੰਪਲੋਇਰ ਦੀ ਵੀ ਸਿਫਤ ਕਰਾਂਗੀ ਤੁਹਾਡੀ, ਜਿਹੜੇ ਕਿ ਜਿਨ੍ਹਾਂ ਨੇ ਆਪਣੇ ਇੰਸਟੀਟਿਊਟ, ਜਿਵੇਂ ਕਿ ਤੁਸੀਂ ਦੱਸਿਆ ਕਿ ਅੱਗੋਂ ਵੀ ਇਹੋ ਜਿਹੇ ਬਹੁਤ ਟੀਚਰ ਆ ਕਿ ਜਿਹੜੇ ਇੰਨੇ ਸਾਲਾਂ ਤੋਂ ਇੱਥੇ ਹੀ ਨੇ, ਹਨਾ, ਬਹੁਤ ਪੁਰਾਣਾ ਸਟਾਫ ਆ ਤੁਹਾਡੇ ਕੋਲ, ਕਿ ਉਹ ਇੰਪਲੋਇਰ ਦੀ ਵੀ ਸਿਫਤ ਹੈ ਕਿ ਜਿਨ੍ਹਾਂ ਨੇ ਕਲਚਰ ਲੈ ਕੇ ਆਏ ਕਿ ਅਸੀਂ ਆਪਣੇ ਇੰਪਲੋਈ ਨੂੰ ਜਿਹੜਾ ਰਿਟੇਨ ਕਰਨਾ ਹੈ। ਇਹੀ ਚੀਜ਼ ਮੈਂ ਆਪਣੀ ਕੰਪਨੀ 'ਚ ਵੀ ਫੋਲੋ ਕਰਦੀ। ਆਈ ਥਿੰਕ ਕਿ ਇੰਡੀਆ ਨੀਡਸ ਸੱਚ ਇੰਸਟੀਟਿਊਟ, ਸੱਚ ਆਰਗੇਨਾਈਜੇਸ਼ਨ ਜਿਹੜੀਆਂ ਹਿਊਮਨ ਵੈਲਿਊਜ਼ ਤੇ ਖੜੀਆਂ ਹੋਣ। ਬਿਲਕੁਲ, ਬਹੁਤ ਜ਼ਰੂਰੀ ਹੈ। ਲਾਸਟ ਵਿੱਚ ਮੈਂ ਚਾਹਾਂਗੀ ਕਿ ਸਾਡੀ ਆਡੀਅנס ਨੂੰ ਤੁਸੀਂ ਕੁਝ ਮੈਸੇਜ ਦਿਓ ਆਪਣੀ ਜ਼ਿੰਦਗੀ ਦੇ ਸਕਿੱਲਸ ਦੇ ਵਿੱਚੋਂ। ਤੁਹਾਡੇ ਕੀ ਤੁਸੀਂ ਖੁਦ ਦੀ ਜ਼ਿੰਦਗੀ ਦਾ ਕੀ ਨਿਚੋੜ ਕੱਢਿਆ, ਤੁਹਾਡਾ ਲਾਈਫ ਮੰਤਰਾ ਕੀ ਹੈਗਾ, ਕਿ ਜ਼ਿੰਦਗੀ 'ਚ 1-2 ਟਿਪਸ ਜੇ ਤੁਸੀਂ ਦੱਸੋ ਤੇ ਦੱਸੋ ਕੀ ਫੋਲੋ ਕਰਨੀ ਚਾਹੀਦੀ। On the top of mind which comes after hearing your question, ਔਰ ਇਹ ਗੱਲ ਸ਼ਾਇਦ ਸਾਰੀ ਹੀ ਨਿਚੋੜ ਹੈ ਤੁਹਾਡੇ ਸਵਾਲਾਂ ਦੇ ਵਿੱਚ ਵੀ ਜੋ ਸੀ, ਔਰ ਮੈਂ ਵੀ ਜੋ ਮਹਿਸੂਸ ਕਰਦੀ ਹਾਂ ਕਿ ਹਰ ਇਨਸਾਨ ਨੂੰ ਆਪਣੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ, ਆਪਣੀ ਰਿਸਪੌਂਸਿਬਿਲਿਟੀ। ਕਿਸੇ ਨੂੰ ਵੀ ਬਦਲਣ ਦੀ ਜਗ੍ਹਾ ਅਸੀਂ ਆਪਣੇ ਵੱਲ ਧਿਆਨ ਦੇਈਏ। ਕਾਮਰਸ ਦੀ ਹਾਂ ਤੇ ਮੇਰੇ ਧਿਆਨ ਵਿੱਚ ਜਿਹੜਾ ਵਰਡ ਆਉਂਦਾ ਸੈਲਫ ਆਡਿਟ। ਇੱਕ ਸੈਲਫ ਆਡਿਟ ਕਰਦੇ ਰਹਿਣਾ ਚਾਹੀਦਾ ਹਰ ਰੋਜ਼ ਸ਼ਾਮ ਨੂੰ ਬੈਠ ਕੇ 10 ਮਿੰਟ 15 ਮਿੰਟ ਆਪਣੇ ਵੱਲ ਵੀ ਮੈਂ ਖੁਸ਼ ਹਾਂ, ਜੋ ਮੈਂ ਕੀਤਾ ਉਹ ਠੀਕ ਕੀਤਾ। ਹਾਂ, ਅਸੀਂ ਹਮੇਸ਼ਾ ਕਹੀਏ ਕਿ ਹਮੇਸ਼ਾ ਸਹੀ ਹੁੰਦੇ ਆ, ਪਰਫੈਕਟ ਹੁੰਦੇ ਆ ਜਾਂ ਸੱਚੇ ਹੁੰਦੇ ਆ, ਉਹਦੇ ਲਈ 100% ਨਹੀਂ ਹੁੰਦੇ, ਪਰ ਹਾਂ ਅਸੀਂ ਕੋਸ਼ਿਸ਼ ਜ਼ਰੂਰ ਕਰ ਸਕਦੇ ਹਾਂ। ਜਿਸ ਤਰ੍ਹਾਂ ਆਡਿਟ ਰਿਪੋਰਟ ਦੇ ਵਿੱਚ ਹੁੰਦਾ ਨਾ ਕਿ ਟਰੁਥ ਐਂਡ ਫੇਅਰਨੈਸ ਟੂ ਦ ਬੈਸਟ ਆਫ ਮਾਈ ਨੌਲੇਜ ਐਂਡ ਬਿਲੀਫ। ਮੈਨੂੰ ਲੱਗਦਾ ਕਿ ਸਾਨੂੰ ਹਰ ਰੋਜ਼ ਆਪਣੇ ਆਪ ਨੂੰ ਪੁੱਛ ਲੈਣਾ ਚਾਹੀਦਾ, ਐਮ ਆਈ ਬੀਇੰਗ ਟਰੁਥਫੁਲ, ਐਮ ਆਈ ਬੀਇੰਗ ਫੇਅਰ। ਤੇ ਜਿੱਥੇ ਜਿੱਥੇ ਕੁਐਸਚਨ ਮਾਰਕ ਆਏਗਾ ਨਾ, ਉੱਥੇ ਸਾਨੂੰ ਧਿਆਨ ਦੇਣ ਦੀ ਲੋੜ ਹੈ ਕਿ ਹਾਂ ਇੱਥੇ ਕੁਝ ਅੱਜ ਕਮੀ ਰਹਿ ਗਈ। ਔਰ ਮੇਰਾ ਤਜਰਬਾ ਹੈ ਕਿ ਜਦੋਂ ਵੀ ਅਸੀਂ ਬੈਠੀਏ ਸੋਚੀਏ ਤੇ ਸਭ ਤੋਂ ਪਹਿਲੇ ਕੁਐਸਚਨ ਮਾਰਕ ਆ ਜਾਂਦੇ ਨੇ। ਔਰ ਉਹ ਕੁਐਸਚਨ ਮਾਰਕ ਹੋਰ ਵੀ ਬਹੁਤ ਕੁਝ ਦਿਨ 'ਚ ਹੋਇਆ ਹੋਏਗਾ, ਜਿਹੜਾ ਕਿਸੇ ਨੇ ਕੁਝ ਕਿਹਾ, ਕਿਤੋਂ ਕੋਈ ਗੱਲ ਸੁਣੀ, ਉਹ ਉੱਪਰ ਰਹਿ ਜਾਂਦੇ ਨੇ। ਅੰਦਰ ਵਾਲੇ ਕੁਐਸਚਨ ਮਾਰਕ ਉਹੀ ਹੁੰਦੇ ਕਿ ਤੁਸੀਂ ਉਸ ਸਿਚੁਏਸ਼ਨ 'ਚ ਕਿਵੇਂ ਰਿਸਪੌਂਡ ਕੀਤਾ। ਤੇ ਉਹਦੇ ਵੱਲ ਧਿਆਨ ਦਿੰਦੇ when you know the source of your happiness, ultimately you achieve happiness। ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਹਾਂ ਇੱਥੇ ਗੱਲ ਹੈ, ਤੇ ਉਹ ਤੁਸੀਂ ਉਹਨੂੰ ਹੌਲੀ ਹੌਲੀ ਠੀਕ ਕਰੋਗੇ। ਸਾਡੀ ਸਾਰੀ ਜਿਹੜੀ ਐਜੂਕੇਸ਼ਨ ਹੈ, ਪੜ੍ਹਾਈ ਹੈ, ਉਹ ਉਹਦੇ 'ਤੇ ਜ਼ਿਆਦਾ ਫੋਕਸ ਬਾਹਰ ਵਾਲੇ 'ਤੇ ਹੈ ਕਿ ਅਸੀਂ ਅੰਦਰ ਪਾਉਣਾ ਹੈ ਕੁਛ। ਪਰ ਅਸਲ 'ਚ ਐਜੂਕੇਸ਼ਨ ਦਾ ਮਤਲਬ ਹੁੰਦਾ ਜੋ ਅੰਦਰ ਹੈ ਉਹਨੂੰ ਬਾਹਰ ਨਿਕਾਲਣਾ, ਜੋ ਸਾਡੇ ਅੰਦਰ ਇਨਹੈਰੈਂਟ ਕੁਆਲਿਟੀਜ਼ ਨੇ, ਜੋ ਰੱਬੀ ਗੁਣ ਨੇ, ਉਹਨਾਂ ਨੂੰ ਬਾਹਰ ਕੱਢਣਾ। ਤੇ ਉਹਦੇ ਲਈ ਸਾਨੂੰ ਇਨਰ ਵਰਕ ਬਹੁਤ ਕਰਨ ਦੀ ਜ਼ਰੂਰਤ ਹੈ। ਅਸੀਂ ਜਿੰਨਾ ਜ਼ਿਆਦਾ ਬਾਹਰ ਦੇ ਵਰਲਡ ਦੇ ਨਾਲ ਕਨੈਕਟ ਹੋ ਰਹੇ ਹਾਂ, ਚਾਹੇ ਉਹ ਇੰਟਰਨੈਟ ਹੈ ਜਾਂ ਕੋਈ ਵੀ, ਅਸੀਂ ਬਾਕੀਆਂ ਨੂੰ ਦੇਖੀ ਜਾਂਦੇ ਹਾਂ, ਜੱਜ ਕਰੀ ਜਾਂਦੇ ਹਾਂ। ਤੇ ਇਨਰ ਵਰਕ ਕਰਨ ਨਾਲ ਜੇ ਕੁਝ ਵੀ ਹੋਰ ਨਾ ਹੋਏਗਾ ਤੇ ਕਮ ਸੇ ਕਮ ਅਸੀਂ ਦੂਸਰੇ ਨੂੰ ਮਾਰਜਨ ਦੇ ਦਿਆਂਗੇ, ਅਸੀਂ ਜੱਜਮੈਂਟਲ ਨਹੀਂ ਹੋਵਾਂਗੇ। ਔਰ ਉਹਦੇ ਨਾਲ ਤੁਸੀਂ ਹਮੇਸ਼ਾ ਨਵੇਂ ਵੀ ਰਹਿੰਦੇ ਹੋ, ਤੁਹਾਡੇ 'ਚੋਂ ਪੁਰਾਣਾ ਮੋਨੋਟਨਸ ਬੋਰਿੰਗ ਵਾਲੀ ਗੱਲ ਨਹੀਂ ਆਉਂਦੀ।
ਤੁਸੀਂ ਆਪਣੇ ਆਪ ਕੁਛ ਨਾ ਕੁਛ ਉਹ ਪੁਰਾਣੇ ਪੱਤੇ ਝੜੀ ਜਾਂਦੇ ਨੇ ਤੇ ਕੁਝ ਨਵਿਆਂ ਲਈ ਜਗ੍ਹਾ ਬਣਦੀ ਜਾਂਦੀ ਹੈ। ਥੈਂਕ ਯੂ ਮੈਮ, ਥੈਂਕ ਯੂ ਫॉर ਬੀਇੰਗ ਔਨ ਦ ਸ਼ੋ। ਥੈਂਕ ਯੂ ਸੋ ਮਚ। ਸੋ ਮੈਮ ਨੇ ਲਾਸਟ ਬਹੁਤ ਹੀ ਅੱਛਾ ਮੈਸੇਜ ਦਿੱਤਾ ਹੈ ਕਿ ਸੈਲਫ ਆਡਿਟ ਜਿਹੜਾ ਬਹੁਤ ਜ਼ਰੂਰੀ ਆ। ਆਪਾਂ ਜ਼ਰੂਰ ਕੋਸ਼ਿਸ਼ ਕਰੀਏ ਕਿ ਰੋਜ਼ ਅਸੀਂ ਆਪਣੇ ਲਈ 5 10 15 ਮਿੰਟ ਕੱਢੀਏ ਤੇ ਆਪਣੇ ਦਿਨ ਨੂੰ ਐਨਾਲਾਈਜ਼ ਕਰੀਏ, ਆਪਣੇ ਆਪ ਨੂੰ ਐਨਾਲਾਈਜ਼ ਕਰੀਏ ਕਿ ਗਲਤ ਕੀਤਾ ਕਿ ਠੀਕ ਕੀਤਾ। ਜੋ ਗਲਤ ਕੀਤਾ ਸਮਝੋ ਕਿ ਅੱਜ ਮੈਂ ਥੋੜਾ ਜ਼ੋਰ ਦੀ ਬੋਲਤਾ ਕਿਸੇ ਨੂੰ, ਉਹਨੂੰ ਇੰਪਰੂਵ ਕਰ ਲਓ। ਜੋ ਵਧੀਆ ਕੀਤਾ ਉਹਨੂੰ ਕੰਟੀਨਿਊ ਕਰ ਲਓ। ਸੋ ਜੇ ਆਪਾਂ ਰੋਜ਼ ਥੋੜਾ ਜਿਹਾ ਆਪਣੇ ਵੱਲ ਧਿਆਨ ਦੇ ਕੇ 10 ਮਿੰਟ ਆਪਣਾ ਪੂਰਾ ਦਿਨ ਰਿਵਿਊ ਕਰੀਏ ਤੇ ਉਹ 'ਚ ਕੀ ਗਲਤ ਕੀ ਠੀਕ ਕੀਤਾ ਉਹਦਾ ਥੋੜਾ ਕੋਰਸ ਕਰੈਕਸ਼ਨ ਕਰ ਲਈਏ ਤੇ ਮੈਨੂੰ ਲੱਗਦਾ ਕਿ ਵਾਕਈ ਲਾਈਫ ਜਿਹੜੀ ਉਹ ਬਿਹਤਰੀਨ ਹੋ ਸਕਦੀ ਹੈ। ਤੇ ਜਿਹੜੀ ਪੂਰੀ ਇੰਟਰਵਿਊ ਦਾ ਜੇ ਮੈਂ ਨਿਚੋੜ ਕੱਢਾਂ ਤੇ ਮੈਨੂੰ ਲੱਗਦਾ ਕਿ ਮੈਮ ਇੱਕ ਕੰਟੀਨਿਊਸ ਇੰਪਰੂਵਮੈਂਟ ਵਾਲੇ ਇਨਸਾਨ ਨੇ ਕਿ ਛੋਟੀ ਛੋਟੀ ਚੀਜ਼ ਨੂੰ ਅਬਜ਼ਰਵ ਕਰਨਾ ਤੇ ਆਪਣੀ ਲਾਈਫ ਦੇ ਵਿੱਚ ਜਿਹੜੇ ਉਹ ਚੇਂਜਸ ਲੈ ਕੇ ਆਣਾ। ਸੋ ਕਾਮਰਸ ਵਾਲੇ ਹੈਗੇ ਨੇ ਮੈਮ, ਸੋ ਕੰਪਾਊਂਡਡ ਇੰਟਰਸਟ ਬਿਲੀਵ ਕਰਦੇ ਨੇ। ਸੋ ਸ਼ੀ ਇਜ਼ ਦ ਰਿਜ਼ਲਟ ਆਫ ਕੰਪਾਊਂਡਡ ਇੰਟਰਸਟ ਕਿ ਥੋੜਾ ਥੋੜਾ ਚੇਂਜ ਕਰਨਾ ਤੇ ਥੋੜਾ ਥੋੜਾ ਐਡ ਕਰਦੇ ਜਾਣਾ ਰੋਜ਼ ਆਪਣੀ ਆਪਣੇ ਆਪ ਨੂੰ ਬਿਹਤਰ ਕਰਦੇ ਜਾਣਾ ਤੇ ਇੱਕ ਦਿਨ ਵਾਕਈ ਤੁਸੀਂ ਆਪਣੇ ਜਿਹੜੇ ਛੋਟੇ ਛੋਟੇ ਗੁਣ ਆ, ਛੋਟੇ ਛੋਟੀਆਂ ਜਿਹੜੇ ਐਕਸ਼ਨਸ ਲਏ ਆਪਣੀ ਜ਼ਿੰਦਗੀ ਦੇ ਵਿੱਚ, ਉਹਦੇ ਕਾਰਨ ਹੀ ਤੁਸੀਂ ਇੱਕ ਜ਼ਿੰਦਗੀ 'ਚ ਬਹੁਤ ਬਿਹਤਰੀਨ ਇਨਸਾਨ ਜਿਹੜੇ ਬਣ ਜਾਓਗੇ। ਸੋ ਆਈ ਹੋਪ ਕਿ ਤੁਹਾਨੂੰ ਅੱਜ ਦਾ ਇਹ ਸ਼ੋਅ ਬਹੁਤ ਅੱਛਾ ਲੱਗਾ ਹੋਵੇ। ਥੈਂਕ ਯੂ ਸੋ ਮਚ ਫॉर ਵਾਚਿੰਗ ਮਨਦੀਪ ਕੌਰ ਟਾਂਗਾ ਸ਼ੋਅ।